ਕਿ ਪਤਾ ਨਹੀਂ ਕਿਹੜੇ ਜਨਮਾਂ ਦੀ ਭਗਤੀ ਜਾਂ ਕਿਹੜੇ ਕੋਈ ਪਿਛਲੇ ਚੰਗੇ ਕਰਮ ਕੀਤੇ ਹੋਣੇ ਆ ਜਿਹੜੇ। ਪਹਿਲੀ ਗੱਲ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਘਰ ਜਨਮ ਮਿਲਿਆ ਜੀ। ਦੂਜੀ ਗੱਲ ਉਹਦੇ ਨਾਲ ਹੋਰ ਜਿਹੜੇ ਚਾਰ ਚੰਨ ਲੱਗੇ ਕਿ ਇੱਕ ਸ਼ਹੀਦ ਦੇ ਘਰ ਜਿਹੜਾ ਉਹ ਜਨਮ ਮੈਨੂੰ ਮਿਲਿਆ। ਪਰ ਕਈ ਵਾਰ ਮੇਰੇ ਮਨ 'ਚ ਗੱਲ ਆ ਵੀ ਜਾਂਦੀ ਆ ਕਿ ਪਤਾ ਨਹੀਂ ਸ਼ਾਇਦ ਕਿਤੇ ਕੋਈ ਕਮੀ ਵੀ ਰਹਿ ਗਈ ਕਿ ਮੈਨੂੰ ਨਾ ਪਿਤਾ ਜੀ ਦੇ ਤੇ ਨਾ ਦਾਦਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਕੋਈ ਵੀ ਐਸਾ ਦਿਨ ਨਹੀਂ ਹੋਣਾ ਜਦੋਂ ਉਹਨਾਂ ਬਾਰੇ ਕੋਈ ਜ਼ਿਕਰ ਨਹੀਂ ਹੁੰਦਾ ਜਾਂ ਉਸ ਸੰਘਰਸ਼ ਦੀ ਕੋਈ ਗੱਲ ਨਹੀਂ ਚੱਲਦੀ। ਦਾਦਾ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ, ਜੋ ਉਸ ਵੇਲੇ ਭਾਈ ਜਰਨੈਲ ਸਿੰਘ ਦੇ ਤੌਰ ਤੇ ਨਾਂ ਦੇ ਨਾਲ ਉਹ ਬੁਲਾਏ ਜਾਂਦੇ ਸੀ, ਉਹਨਾਂ ਨੂੰ ਵਿਚੋਲੇ ਬਣਾਇਆ। ਗੁਰਮੀਤ ਸਿੰਘ ਬਰਾੜ ਜੀ, ਉਹ ਵੀ ਸੂਝਵਾਨ ਸਿੱਖ ਰਹੇ ਨੇ ਜੀ। ਉਹਨਾਂ ਨੇ ਉਹ ਫੈਡਰੇਸ਼ਨ ਦੇ ਵਿੱਚ ਸੀ। ਉਹਨਾਂ ਨੇ ਫੈਡਰੇਸ਼ਨ ਵਾਲਿਆਂ ਨੂੰ ਇਹ ਗੱਲ ਜਿਵੇਂ ਤਾਨਾ ਮਾਰ ਕੇ ਆਖੀ, ਕਹਿੰਦੇ ਜੇ ਕੁਛ ਫੈਡਰੇਸ਼ਨ ਦਾ ਬਣਾਉਣਾ ਨਾ ਤੇ ਸੰਤ ਕਰਤਾਰ ਸਿੰਘ ਦਾ ਭਚੰਗੀ ਅਮਰੀਕ ਸਿੰਘ ਨੂੰ ਫੈਡਰੇਸ਼ਨ 'ਚ ਲੈ ਕੇ ਆਓ। ਸਾਡੇ ਜ਼ਖਮ ਬੇਸ਼ੱਕ ਉੱਤੋਂ ਸਰੀਰ ਤੋਂ ਨਹੀਂ ਦਿਸਦੇ ਜੀ, ਸਾਡੇ ਹੋ ਸਕਦਾ ਸਕਿਨ ਦੇ ਉੱਤੇ ਕੋਈ ਦਾਗ ਨਾ ਪਿਆ ਹੋਵੇ, ਪਰ ਸਕਿਨ ਦੇ ਵਿੱਚੋਂ, ਦਿਲ ਦੇ ਵਿੱਚੋਂ ਉਹ ਖੂਨ ਜਿਹੜਾ ਉਹ ਅੱਜ ਵੀ ਰਿਸਦਾ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਵਾਰ ਇੱਕ ਸਟੇਟਮੈਂਟ ਦਿੱਤੀ ਸੀ ਸਟੇਜ ਤੋਂ ਬੋਲਦਿਆਂ ਕਿ ਜੇ ਸਾਡੀ ਬੱਸ ਤੇ ਸਾਡਾ ਪਰਿਵਾਰ ਨਾ ਛੱਡਿਆ ਤੇ ਇਹਦੇ ਨਤੀਜੇ ਬਹੁਤ ਬੁਰੇ ਹੋਣਗੇ। ਜੋ ਉਹਨਾਂ ਨੇ ਸ਼ਬਦ ਵਰਤੇ ਆ, ਮੈਂ ਉਹ ਨਹੀਂ ਬੋਲ ਰਿਹਾ ਇੱਥੇ, ਹਨਾ। ਉਹਨਾਂ ਨੇ ਆਖਿਆ ਵੀ ਮੈਂ 5000 ਜਿਹੜੇ ਆ ਸਾਡੇ ਵਿਰੋਧੀਆਂ ਨੂੰ ਅਸੀਂ ਉਹਨੂੰ ਘੰਟੇ 'ਚ ਵੱਢਾਂਗੇ। ਜਦੋਂ 1 ਤਰੀਕ ਨੂੰ ਗੋਲੀ ਚੱਲੀ ਤਾਂ 2 ਤਰੀਕ ਨੂੰ ਪਿਤਾ ਜੀ ਉਸ ਕਮਰੇ ਦੇ ਵਿੱਚ ਆਏ ਤੇ ਆ ਕੇ ਕੁਝ ਗੱਲਾਂ, ਪਰਿਵਾਰਕ ਗੱਲਾਂ ਉਹਨਾਂ ਨੇ ਕੀਤੀਆਂ ਜੀ। ਜਿੱਦਾਂ ਕਿ ਉਹ ਡਾਇਰੈਕਸ਼ਨ ਦੇਣੀ ਹੁੰਦੀ ਆ ਕਿ ਮੇਰੇ ਤੋਂ ਬਾਅਦ ਮੇਰੇ ਬੱਚਿਆਂ ਨੂੰ ਤੁਸੀਂ ਦੁਨਿਆਵੀ ਵਿੱਦਿਆ ਵੀ ਜ਼ਰੂਰ ਦੇਣੀ ਆ, ਜਿੱਥੇ ਆਪਾਂ ਅਧਿਆਤਮਿਕ ਵਿੱਦਿਆ ਦੇਣੀ ਆ, ਉੱਥੇ ਦੁਨਿਆਵੀ ਵਿੱਦਿਆ ਵੀ ਪੂਰੇ ਪੜ੍ਹੇ ਹੋਣ ਕਿ ਕੱਲ ਨੂੰ ਕਿਤੇ ਟੇਬਲ ਦੀ ਕੋਈ ਗੱਲ ਚੱਲੇ ਤਾਂ ਆਪਣੀ ਕੌਮ ਹਾਰੇ ਨਾ। ਤੇ ਅਸੀਂ ਤੁਹਾਨੂੰ ਚਾਹੁੰਦੇ ਆ ਵੀ ਤੁਸੀਂ ਜਿੰਨੀਆਂ ਬੀਬੀਆਂ ਆ, ਬੱਚੇ ਆ, ਉਹ ਇਸ ਕੰਪਲੈਕਸ ਦੇ ਵਿੱਚੋਂ ਜਦੋਂ ਵੀ ਕਰਫਿਊ 'ਚ ਢਿੱਲ ਮਿਲਦੀ ਉਹ ਬਾਹਰ ਚਲੇ ਜਾਓ। ਕਹਿੰਦੇ ਮੇਰੇ ਤੋਂ ਇਹ ਉਮੀਦ ਨਾ ਰੱਖੋ ਵੀ ਮੈਂ ਤੁਹਾਡੇ ਗੋਡੇ ਨਾਲ ਜੁੜ ਕੇ ਬੈਠਾ ਰਹਿਣਾ। ਕਹਿੰਦੇ ਅਸੀਂ ਤੁਹਾਨੂੰ ਸਪਸ਼ਟ ਦੱਸ ਦਈਏ, ਅਸੀਂ ਸ਼ਹੀਦ ਹੋਣਾ। ਤੇ ਜਦੋਂ ਜਾਣ ਲੱਗੇ ਮੇਰੀ ਵੱਡੀ ਭੈਣ ਸਤਵੰਤ ਕੌਰ ਨੇ ਲੱਤ ਨੂੰ ਜੱਫਾ ਮਾਰ ਲਿਆ ਉਹਨਾਂ ਦੀ। ਜਿੱਥੇ ਮੈਂ ਆਪਣੇ ਪਿਤਾ ਨੂੰ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਨਾ, ਉੱਥੇ ਮੈਂ ਨਾਲ ਆਪਦੀ ਮਾਤਾ ਨੂੰ ਵੀ ਜਿਹੜਾ ਆ ਪ੍ਰਣਾਮ ਕਰਦਾ ਹਾਂ। ਬਿਲਕੁਲ, ਕਿਉਂਕਿ ਇੱਕੋ ਸਮੇਂ ਤੇ ਆਪਣੇ ਪਤੀ ਨੂੰ ਸ਼ਹੀਦ ਕਰਾਉਣਾ, ਨਾਲ ਆਪਣੇ ਭਰਾ ਨੂੰ ਸ਼ਹੀਦ ਕਰਾਉਣਾ ਸਭ ਤੋਂ ਔਖਾ। ਤੇ ਦੁਨਿਆਵੀ PhDਆਂ ਤਾਂ ਬਹੁਤ ਛੋਟੀਆਂ ਰਹਿ ਗਈਆਂ। ਇਹ ਰੁਤਬੇ ਤਾਂ ਤੁਸੀਂ ਭਾਵੇਂ ਸਾਰੀਆਂ ਯੂਨੀਵਰਸਿਟੀਆਂ ਇਕੱਠੀਆਂ ਕਰ ਲਓ ਤਾਂ ਵੀ ਇਹ ਡਿਗਰੀਆਂ ਨਹੀਂ ਮਿਲਦੀਆਂ। ਅੱਜ ਦੇ ਸਮੇਂ ਦੇ ਵਿੱਚ ਜਿਹੜਾ, ਜਿਵੇਂ ਕਿ ਕਿਸੇ ਨੇ ਬੜਾ ਸੋਹਣਾ ਕਿਹਾ ਕਿ ਸਿੰਘ ਜਿਹੜੇ ਸਿੱਖ ਸਨ, ਜੂਝਦੇ ਸਨ, ਸਿੱਖ ਬਿਲਕਦੇ ਸਨ, ਪਰ ਜਿਹੜੇ ਅਖੌਤੀ ਲੀਡਰ ਸੀ ਸਾਡੇ, ਉਹ ਅਖੌਤੀ ਲੀਡਰ ਵਿਕਦੇ ਸੀ ਤੇ ਤਿਲਕਦੇ ਸੀ। ਕਿ ਜਿਨ੍ਹਾਂ ਨੇ ਉਸ ਸਮੇਂ ਦੀ ਸਰਕਾਰ ਨੂੰ ਟੈਂਕਾਂ ਦੇ ਅੱਗੇ ਖਲੋ ਕੇ ਲੋਹੇ ਦੇ ਚਨੇ ਚਬਾਏ ਜੀ, ਕਿ ਉਹ ਹੋ ਸਕਦਾ 65 ਦੀ ਲੜਾਈ ਭੁੱਲ ਜਾਣ, 71 ਦੀ ਲੜਾਈ ਭੁੱਲ ਜਾਣ, ਪਰ ਕਦੇ ਵੀ 84 ਦੇ ਵਿੱਚ ਪਈ ਮਾਰ ਨੂੰ ਉਹ ਕਦੇ ਵੀ ਜਿਹੜਾ ਹਿੰਦੁਸਤਾਨ ਉਹ ਭੁੱਲ ਨਹੀਂ ਸਕਦਾ। ਤੁਸੀਂ ਉਹਨਾਂ ਦੇ ਜੀਵਨ ਦੇਖੋ। ਬਿਲਕੁਲ, ਉਹਨਾਂ ਦੇ ਜੀਵਨ ਸੰਪੂਰਨ ਰੂਪ ਵਿੱਚ ਧਾਰਮਿਕ, ਬਾਣੀ ਤੇ ਬਾਣੇ ਵਿੱਚ ਰੱਤੇ ਹੋਏ ਜੀ, ਤੇ ਗੁਰੂ ਮਹਾਰਾਜ ਦੇ ਉੱਤੇ ਅਟੱਲ ਵਿਸ਼ਵਾਸ ਵਾਲੇ। ਬਿਲਕੁਲ। ਤੇ ਜੇ ਹੁਣ ਤੁਸੀਂ ਆਪਣੀ ਹੁਣ ਮੌਜੂਦਾ ਲੀਡਰਸ਼ਿਪ ਨੂੰ ਦੇਖੋਗੇ ਜੀ, ਇੱਥੇ ਤਾਂ ਵਿੱਚ ਉਹ ਲੀਡਰਸ਼ਿਪਾਂ ਨੇ ਜਿਹੜੇ ਉਹਨਾਂ ਸਮਿਆਂ ਵਿੱਚ ਵੀ ਗੁਰੂਆਂ ਤੇ ਅਟੈਕ ਕਰਾਏ ਤੇ ਹੁਣ ਵੀ ਗੁਰੂਆਂ ਦੇ ਜਿਹੜੇ ਅੰਗ ਪੜਵਾ ਕੇ ਗਲੀਆਂ ਦੇ ਵਿੱਚ ਖਿਲਾਰੇ। ਕੀ ਉਮੀਦ ਰੱਖਾਂਗੇ ਆਪਾਂ ਇਸ ਲੀਡਰਸ਼ਿਪ? ਕੁਛ ਦਸਤਾਵੇਜ਼ ਵੀ ਇਸ ਤਰ੍ਹਾਂ ਦੇ ਪੁਰਾਣੇ ਨਿਕਲ ਕੇ ਬਾਹਰ ਆਏ ਕਿ ਜੋ ਇਹਨਾਂ ਨੇ ਭੇਖ ਪਾਏ ਸੀ ਨਾ ਉੱਤੇ ਵੱਡੇ ਵੱਡੇ ਚਿੱਟੇ ਰੰਗ ਦੇ ਕਿ ਸਾਡੇ ਤੇ ਦਾਗ ਕੋਈ ਨਹੀਂ, ਉਹ ਸਾਰੇ ਜਿਹੜੇ ਉੱਪਰਲੇ ਭੇਖ ਜਿੱਦਾਂ ਕਹਿ ਲਓ ਵੀ ਖੰਭ ਲੱਗ ਕੇ ਉੱਡ ਗਏ ਤੇ ਇਹਨਾਂ ਦਾ ਅਸਲੀ ਭੇੜੀਏ ਜਿਹੜੇ ਸੀ ਉਹ ਨਿਕਲ ਕੇ ਬਾਹਰ ਆ ਗਏ ਕਿ ਉਸ ਸਮੇਂ ਵੀ ਇਹਨਾਂ ਨੇ ਕੀ ਰੋਲ ਨਿਭਾਏ। ਜੀ, ਉਹ
ਇੰਦਰਾ ਗਾਂਧੀ ਨੂੰ, ਆਰ ਕੇ ਧਵਨ ਨੂੰ ਲਿਖੀਆਂ ਇਹਨਾਂ ਦੀਆਂ ਚਿੱਠੀਆਂ, ਜੀ ਉਹ ਸਾਰੇ ਆਪਣੇ ਲੀਡਰ ਸੀ। ਉਹ ਜਿਹੜੀਆਂ ਉਸ ਸਮੇਂ ਅਕਾਲ ਤਖਤ ਸਾਹਿਬ ਤੇ ਗੋਲੇ ਵੱਜੇ, ਸ੍ਰੀ ਹਰਿਮੰਦਰ ਸਾਹਿਬ ਤੇ ਗੋਲੇ ਵੱਜੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਦੋਂ ਜ਼ਖਮੀ ਹੋਈ, ਉਹਦੇ ਵਿੱਚ ਗੋਲੀ ਲੱਗੀ ਜੀ, ਤਾਂ ਇਹਨਾਂ ਦੀਆਂ ਚਿੱਠੀਆਂ ਦਾ ਕਾਰਨ ਹੀ ਬਣੀਆਂ। ਇਹਨਾਂ ਦੇ ਮੂੰਹੋਂ ਇੱਕ ਵਾਰ ਵੀ ਉਹਨਾਂ ਲਈ ਕੋਈ ਸ਼ਹੀਦ ਸ਼ਬਦ ਫੁੱਟਿਆ? ਇਹ ਅੱਜ ਤੱਕ ਵਿਧਾਨ ਸਭਾਵਾਂ 'ਚ ਜਾ ਕੇ ਉਹਨਾਂ ਨੂੰ ਅਜੇ ਤੱਕ ਅੱਤਵਾਦੀ ਗਰਦਾਨਦੇ ਰਹੇ ਆ। ਸਾਨੂੰ ਤਾਂ ਮੱਥਾ ਟੇਕਣਾ ਵੀ ਜਿਹੜਾ ਉੱਥੇ ਕਈ ਵਾਰ ਪਹਿਲਾਂ ਕਿੰਨਾ ਚਿਰ ਨਸੀਬ ਨਹੀਂ ਹੋਣ ਦਿੱਤਾ ਇਹਨਾਂ ਨੇ, ਤੇ ਆਪਾਂ ਕਿਸੇ ਦੀ ਸਾਰ ਲੈਣ ਦੀ ਜਾਂ ਹੋਰ ਕਰਨ ਦੀ ਤਾਂ ਗੱਲਾਂ ਬਹੁਤ ਜਿਹੜੀਆਂ ਆ ਉਹ ਦੂਰ ਦੀਆਂ। ਪੰਜਾਬੀ ਲੋਕ ਚੈਨਲ ਵਿੱਚ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਜੂਨ 84 ਦਾ ਸਾਕਾ ਜਦੋਂ ਵੀ ਸਿੱਖ ਯਾਦ ਕਰਦਾ ਹੈ ਤਾਂ ਉਸ ਦੇ ਹਿਰਦੇ ਦੇ ਉੱਤੇ ਉਹ ਪੂਰੀ ਤਸਵੀਰ ਢੱਠਿਆ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਛਲਣੀ ਹੋਏ ਉਹ ਪੂਰਾ ਦਰਬਾਰ ਸਾਹਿਬ ਦਾ ਕੰਪਲੈਕਸ ਤੇ ਅਨੇਕਾਂ ਸਿੰਘ ਸਿੰਘਣੀਆਂ ਭੁਜੰਗੀ ਸ਼ਹੀਦਾਂ ਦੀ ਯਾਦ। ਬੇਸ਼ੱਕ 36 ਸਾਲ ਹੋ ਗਏ ਨੇ, ਪਰ ਉਹ ਹਿਰਦੇ ਦੇ ਵਿੱਚ ਅੱਜ ਵੀ ਉਹ ਯਾਦ ਕਾਇਮ ਹੈ। ਬੇਸ਼ੱਕ ਲੋਕੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਕਹਿ ਦਿੰਦੇ ਆ ਕਿ 84 ਦਾ ਸਾਕਾ ਸਿੱਖਾਂ ਨੂੰ ਭੁੱਲ ਜਾਣਾ ਚਾਹੀਦਾ ਹੈ, ਪਰ ਫਿਰ ਵੀ ਸਿੱਖ ਨੈਵਰ ਫੋਰਗੇਟ 84 ਜ਼ਰੂਰ ਲਿਖਦੇ ਆ। ਤੇ ਆਪਾਂ ਇਸ ਤਰ੍ਹਾਂ ਦੀਆਂ ਕੁਝ ਯਾਦਾਂ ਤੇ ਉਸ ਵੇਲੇ ਜੋ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਦੇ ਵਿੱਚ ਰਹੇ। ਮੇਰੀ ਮੁਰਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਸਪੁੱਤਰ ਭਾਈ ਅਮਰੀਕ ਸਿੰਘ ਜੀ, ਉਹਨਾਂ ਦੇ ਸਪੁੱਤਰ ਨਾਲ ਅੱਜ ਆਪਾਂ ਗੱਲਬਾਤ ਤੁਹਾਡੀ ਕੁਰਬਾਨ ਜਾ ਰਹੇ ਹਾਂ। ਮੇਰੀ ਮੁਰਾਦ ਹੈ ਭਾਈ ਤਰਲੋਚਨ ਸਿੰਘ ਜੀ। ਹਾਂਜੀ ਵੀਰ ਤਰਲੋਚਨ ਸਿੰਘ ਜੀ, ਪੰਜਾਬੀ ਲੋਕ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਤਰਲੋਚਨ ਸਿੰਘ ਜੀ, ਜਦੋਂ ਇਹ ਖੂਨੀ ਸਾਕਾ ਵਰਤਦਾ, ਉਸ ਵੇਲੇ 84 ਦੇ ਵਿੱਚ ਆਪ ਜੀ ਦੀ ਉਮਰ ਕਿੰਨੀ ਕੁ ਸੀਗੀ? ਇਹ ਦੇਖੋ, ਚਾਹੇ ਤਾਂ ਇਹਨੂੰ ਸਬੱਬ ਕਹਿ ਲਈਏ, ਕਈ ਵਾਰ ਮੇਰੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਵੀ ਹੁੰਦੀ ਆ ਕਿ ਪਤਾ ਨਹੀਂ ਕਿਹੜੇ ਜਨਮਾਂ ਦੀ ਭਗਤੀ ਜਾਂ ਕਿਹੜੇ ਕੋਈ ਪਿਛਲੇ ਚੰਗੇ ਕਰਮ ਕੀਤੇ ਹੋਣੇ ਆ, ਜਿਹੜੇ ਪਹਿਲੀ ਗੱਲ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਘਰ ਜਨਮ ਮਿਲਿਆ ਜੀ। ਦੂਜੀ ਗੱਲ ਉਹਦੇ ਨਾਲ ਹੋਰ ਜਿਹੜੇ ਚਾਰ ਚੰਨ ਲੱਗੇ ਕਿ ਇੱਕ ਸ਼ਹੀਦ ਦੇ ਘਰ ਜਿਹੜਾ ਉਹ ਜਨਮ ਮੈਨੂੰ ਮਿਲਿਆ ਜੀ ਜੀ। ਪਰ ਕਈ ਵਾਰ ਮੇਰੇ ਮਨ 'ਚ ਗੱਲ ਆ ਵੀ ਜਾਂਦੀ ਆ ਕਿ ਪਤਾ ਨਹੀਂ ਸ਼ਾਇਦ ਕਿਤੇ ਕੋਈ ਕਮੀ ਵੀ ਰਹਿ ਗਈ ਕਿ ਮੈਨੂੰ ਨਾ ਪਿਤਾ ਜੀ ਦੇ ਤੇ ਨਾ ਦਾਦਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਵਾਹਿਗੁਰੂ। ਮੇਰੇ ਆ ਜਨਮ ਜਿਹੜਾ ਜੂਨ 1984 ਵਿੱਚ ਅਟੈਕ ਹੁੰਦਾ, ਪਿਤਾ ਜੀ ਦੀ ਸ਼ਹਾਦਤ ਹੁੰਦੀ ਆ, ਤੇ ਉਸ ਤੋਂ 2 ਮਹੀਨੇ ਬਾਅਦ ਅਗਸਤ ਦੇ ਵਿੱਚ ਜਿਹੜਾ ਮੇਰਾ ਜਨਮ ਹੁੰਦਾ ਉਹ ਜੀ। ਤੇ ਜਦੋਂ ਆਪ ਜੀ ਦੇ ਮਾਤਾ ਜੀ ਫਿਰ ਉਸ ਵੇਲੇ ਦੀਆਂ ਤੁਹਾਨੂੰ ਬਹੁਤ ਜਿਹੜੀਆਂ ਘਟਨਾਵਾਂ ਨੇ ਦੱਸਦੇ ਹੋਣਗੇ ਤੁਹਾਨੂੰ, ਜਦੋਂ ਜਿਉਂ-ਜਿਉਂ ਸੋਝੀ ਆਉਂਦੀ ਹੈ, ਉਸ ਵੇਲੇ ਦੇ ਵਾਰਤਾ ਬਾਰੇ ਕੋਈ ਗੱਲ ਦੱਸੋਗੇ, ਸਾਡੇ ਨਾਲ ਸਾਂਝੀ ਕਰੋਗੇ ਵੀ ਤੁਹਾਡੇ ਪਿਤਾ ਜੀ ਦੀ ਜਿਹੜੀ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀਗਾ, ਕਿਸ ਤਰ੍ਹਾਂ ਦੀ ਉਹਨਾਂ ਦੀ ਰਹਿਣੀ ਬਹਿਣੀ ਸੀ, ਉਹਨਾਂ ਬਾਰੇ ਕੁਝ ਦੱਸੋਗੇ ਪਲੀਜ਼? ਜੀ, ਮੈਂ ਉਹਨਾਂ ਦੇ ਬਚਪਨ ਤੋਂ ਸ਼ੁਰੂ ਕਰਾਂ? ਹਾਂਜੀ ਬਿਲਕੁਲ, ਜਿੰਨਾ ਵੀ ਕਰ ਸਕਦੇ ਹੋ ਜੀ। ਕਿ ਜਿਸ ਤਰ੍ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਵਿੱਚ ਸੀ ਜੀ, ਜਾਂ ਉਹਨਾਂ ਤੋਂ ਵੀ ਪਹਿਲਾਂ ਗੱਲ ਕਰੀਏ, ਮੇਰੇ ਪੜਦਾਦਾ ਜੀ ਸਤਿਕਾਰਯੋਗ ਜਥੇਦਾਰ ਝੰਡਾ ਸਿੰਘ ਜੀ, ਉਹ ਜੈਤੋ ਦੇ ਮੋਰਚਿਆਂ ਦੇ ਵਿੱਚ ਕਈ ਸਿੰਘਾਂ ਦੇ ਜਥਿਆਂ ਦੀ ਅਗਵਾਈ ਵੀ ਕਰ ਚੁੱਕੇ ਤੇ ਉਹਨਾਂ ਦੇ ਵਿੱਚ ਵੱਧ ਚੜ ਕੇ ਉਹਨਾਂ ਨੇ ਹਿੱਸਾ ਲਿਆ। ਵਾਹਿਗੁਰੂ। ਇਹ ਜਿਹੜਾ ਸੰਘਰਸ਼ ਸੀ, ਇਹ ਜਿਹੜੀ ਕੌਮ ਪ੍ਰਤੀ ਕੁਰਬਾਨੀ ਦਾ ਜਜ਼ਬਾ, ਸੇਵਾ ਕਰਨ ਦਾ ਜਜ਼ਬਾ, ਇਹ ਉਹਨਾਂ ਨੂੰ ਵਿਰਸੇ ਦੇ ਵਿੱਚੋਂ, ਖੂਨ ਦੇ ਵਿੱਚੋਂ ਮਿਲਿਆ ਜੀ। ਤੇ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਹਿਲਾਂ ਪਟਵਾਰੀ ਦੀ ਨੌਕਰੀ ਕਰਦੇ ਸੀ ਸ੍ਰੀ ਮੁਕਤਸਰ ਸਾਹਿਬ ਜੀ, ਤੇ ਉੱਥੋਂ 6 ਮਹੀਨੇ ਨੌਕਰੀ ਕਰਕੇ ਤੇ ਉਹ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਾਲ ਪੱਕੇ ਤੌਰ ਤੇ ਦਮਦਮੀ ਟਕਸਾਲ ਵਿੱਚ ਚਲੇ ਗਏ ਜੀ। ਤਾਂ ਪਿਤਾ ਜੀ ਉਹ ਉਸ ਸਮੇਂ ਪੜ੍ਹਾਈ ਕਰ ਰਹੇ ਸੀ ਜੀ, ਤੇ ਉਸ ਉਮਰ ਤੋਂ ਹੀ ਉਹਨਾਂ ਦਾ ਸੁਭਾਅ
ਉਹਨਾਂ ਦੀ ਗੁਰਬਾਣੀ ਪ੍ਰਤੀ ਲਗਨ, ਸਿੱਖੀ ਪ੍ਰਤੀ ਲਗਨ, ਉਹ ਉਸ ਵੇਲੇ ਤੋਂ ਹੀ ਝਲਕਦੀ ਹੈ। ਜੀ ਜੀ। ਵੱਡਿਆਂ ਨੇ, ਮੇਰੇ ਬਜ਼ੁਰਗਾਂ ਨੇ, ਚਾਚੇ ਤਾਇਆਂ ਨੇ ਜਦੋਂ ਦੱਸਿਆ ਮੈਨੂੰ ਸਾਰਾ, ਕਿਉਂਕਿ ਕੋਈ ਵੀ ਐਸਾ ਦਿਨ ਨਹੀਂ ਹੋਣਾ ਜਦੋਂ ਉਹਨਾਂ ਬਾਰੇ ਕੋਈ ਜ਼ਿਕਰ ਨਹੀਂ ਹੁੰਦਾ ਜਾਂ ਉਸ ਸੰਘਰਸ਼ ਦੀ ਕੋਈ ਗੱਲ ਨਹੀਂ ਚੱਲਦੀ। ਜਦੋਂ ਉਹਨਾਂ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿ ਕਹਿੰਦੇ ਜਦੋਂ ਵੀ ਕੋਈ ਛੁੱਟੀਆਂ ਹੁੰਦੀਆਂ, ਕਾਲਜ ਦੇ ਵਿੱਚ ਛੁੱਟੀਆਂ ਹੋਈਆਂ, ਸਕੂਲ ਦੇ ਵਿੱਚ ਛੁੱਟੀਆਂ ਹੋਈਆਂ, ਤੇ ਉਹ ਛੁੱਟੀਆਂ ਦਾ ਸਮਾਂ ਜਿਹੜਾ ਬਜਾਏ ਘਰ ਆ ਕੇ ਬਿਤਾਉਣ ਦੇ, ਭਾਈ ਅਮਰੀਕ ਸਿੰਘ ਉਹ ਜਥੇ ਦੇ ਵਿੱਚ ਜਾ ਕੇ ਗੁਰਬਾਣੀ ਦੀ ਸੰਥਿਆ ਕਰਨ, ਗੁਰਬਾਣੀ ਅਭਿਆਸ, ਬਾਣੀ ਪੜ੍ਹਨ ਦੇ ਵਿੱਚ, ਤੇ ਜਥੇ ਦੇ ਵਿੱਚ ਰਹਿ ਕੇ ਕੌਮ ਦੀ ਤਰੱਕੀ ਲਈ ਕੰਮ ਕਰਨ ਦੇ ਵਿੱਚ ਉਹ ਬਿਤਾਉਂਦੇ ਸੀ ਜੀ। ਤੇ ਇਹ ਸਬੱਬ ਦੇਖੋ, ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਇੱਕਦਮ ਆਏ ਇਕੱਠੇ, ਉਧਰੋਂ ਸੰਤ ਜਰਨੈਲ ਸਿੰਘ ਜੀ ਮਿਲ ਗਏ ਤੇ ਉਹ ਮੂਵਮੈਂਟ ਚੱਲ ਗਈ। ਨਹੀਂ, ਪਿਤਾ ਜੀ ਦਾ ਰਿਸ਼ਤਾ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਕਰਵਾਇਆ, ਉਹ ਵਿਚੋਲੇ ਜੀ। ਉਹ ਸਰੀਰ ਤਿਆਗ ਗਏ, ਉਸ ਤੋਂ ਬਾਅਦ ਸੱਚਖੰਡ ਪਿਆਨਾ ਕਰ ਗਏ, ਦਾਦਾ ਜੀ ਨੂੰ ਦਸਤਾਰ ਮਿਲ ਗਈ। ਹੁਣ ਸਹੁਰਾ ਸਾਹਿਬ ਵਿਚੋਲਾ ਬਣ ਨਹੀਂ ਸਕਦੇ ਸੀ, ਜਾਂ ਪਿਤਾ ਜੀ, ਉਹਨਾਂ ਨੇ, ਦਾਦਾ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ, ਜੋ ਉਸ ਵੇਲੇ ਭਾਈ ਜਰਨੈਲ ਸਿੰਘ ਦੇ ਤੌਰ ਤੇ ਨਾਂ ਦੇ ਨਾਲ ਉਹ ਬੁਲਾਏ ਜਾਂਦੇ ਸੀ, ਉਹਨਾਂ ਨੂੰ ਵਿਚੋਲੇ ਬਣਾਇਆ। ਵਾਹਿਗੁਰੂ। ਇਹ ਦੇਖੋ, ਇਹ ਗੱਲਾਂ ਜਿਹੜੀਆਂ 1976 ਦੀਆਂ ਆ, 76 ਦੀਆਂ ਜੀ। ਉਸ ਸਮੇਂ ਕੋਈ ਮੂਵਮੈਂਟ ਦਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੁਛ ਵੀ ਇਦਾਂ ਦੀ ਗੱਲ ਨਹੀਂ ਸੀ। ਜੀ ਜੀ। ਜਿੰਨੀਆਂ ਵੀ ਰਸਮਾਂ ਵਿਆਹ ਦੇ ਵਿੱਚ ਨਿਭਾਈਆਂ, ਇੱਧਰੋਂ ਕੱਪੜੇ ਲੀੜੇ ਲੈ ਕੇ ਦੂਜੇ ਘਰ ਜਾਣਾ, ਉੱਧਰੋਂ ਲੈ ਕੇ ਆਉਣਾ ਮਠਿਆਈਆਂ, ਜੋ ਰਸਮਾਂ ਸਾਰੀਆਂ, ਉਹ ਸਾਰੀਆਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਵਿਚੋਲਾ ਬਣ ਕੇ ਜਿਹੜੀਆਂ ਉਹ ਨਿਭਾਈਆਂ ਉੱਥੇ ਜੀ। ਉਹ ਨਾ ਕੇਵਲ ਇੱਕ ਵਿਚੋਲਾ ਬਣ ਕੇ, ਉਹ ਪਿਤਾ ਜੀ ਦੇ ਧਰਮ ਦੇ ਭਰਾ ਬਣੇ ਸਨ। ਜੀ ਬਿਲਕੁਲ। ਇਹ ਸਾਰੀਆਂ ਇਹਨਾਂ ਦਮਦਮੀ ਟਕਸਾਲ ਵਿੱਚ ਇਕੱਠੇ ਹੋਣ ਤੋਂ ਪਹਿਲਾਂ ਦੀਆਂ ਗੱਲਾਂ ਨੇ, ਜਦੋਂ ਕੋਈ ਇਹ ਸੰਘਰਸ਼ ਦੀ ਕੋਈ ਏਦਾਂ ਦੀ ਸ਼ੁਰੂਆਤ ਨਹੀਂ ਸੀ ਜੀ। ਉਸ ਸਮੇਂ ਦੀਆਂ ਗੱਲਾਂ। ਜਦੋਂ ਪਿਤਾ ਜੀ ਪੜ੍ਹਦੇ ਹੁੰਦੇ ਸੀ ਖਾਲਸਾ ਕਾਲਜ ਦੇ ਵਿੱਚ, ਸੰਤ ਬਾਬਾ ਜਰਨੈਲ ਸਿੰਘ ਜੀ ਪਿੱਛੋਂ ਕਦੀ ਘਿਓ ਲੈ ਕੇ ਜਾਣਾ, ਕਦੀ ਉੱਥੇ ਪਿੰਨੀਆਂ, ਜੋ ਕੁਛ ਵੀ ਇੱਦਾਂ ਦੇ ਜੋ ਹਾਲਾਤ ਹੋਸਟਲਾਂ ਦੇ ਵਿੱਚ ਜੋ ਕੁਛ ਚਾਹੀਦਾ ਹੁੰਦਾ, ਉਹ ਪਿੱਛੋਂ ਲਿਜਾ ਕੇ ਤੇ ਉੱਥੇ 2-2 ਦਿਨ ਉਹਨਾਂ ਦੇ ਕੋਲ ਰਹਿੰਦੇ ਰਹੇ ਪਿਤਾ ਜੀ ਕੋਲੇ। ਵਾਹਿਗੁਰੂ। ਪਿਤਾ ਜੀ ਵੀ ਹੋਸਟਲ ਦੇ ਵਿੱਚ, ਹੋਸਟਲ ਦੇ ਕਮਰੇ ਵਿੱਚ ਨਹੀਂ ਰਹਿੰਦੇ ਸੀ, ਖਾਲਸਾ ਕਾਲਜ ਦੇ ਵਿੱਚ ਗੁਰਦੁਆਰਾ ਸਾਹਿਬ ਆ, ਸ਼ਾਇਦ ਆਪ ਜੀ ਨੇ ਦੱਸੇ ਹੋਣੇ ਆ ਜੀ, ਉਹਦੀ ਬੈਕ ਸਾਈਡ ਤੇ ਕਮਰੇ ਬਣੇ, ਗੁਰਦੁਆਰਾ ਸਾਹਿਬ ਦੇ ਕਮਰੇ ਜੀ। ਉਹਨਾਂ ਕਮਰਿਆਂ ਦੇ ਵਿੱਚ ਪਿਤਾ ਜੀ ਉੱਥੇ ਰਿਹਾ ਕਰਦੇ ਸੀ ਜੀ। ਜਦੋਂ ਸੰਤ ਵੀ ਜਾਂਦੇ ਤੇ ਉਹ ਵੀ ਉੱਥੇ ਜਾ ਕੇ ਉਹਨਾਂ ਦੇ ਨਾਲ ਸਾਰੀਆਂ ਸਲਾਹਾਂ, ਹੁਣ ਜਥਾ ਕਿੱਥੇ ਚੱਲ ਰਿਹਾ, ਜਥਾ ਕਿਸ ਪਾਸੇ ਨੂੰ ਪ੍ਰਚਾਰ ਦੀ ਲਹਿਰ ਚੱਲ ਰਹੀ ਆ, ਕਿਹੜੇ ਇਲਾਕੇ 'ਚ ਅੱਗੇ ਜਾਣਾ, ਉਹ ਸਾਰੀਆਂ ਜਿਹੜੀਆਂ ਗੱਲਾਂ ਉਹ ਸ਼ੁਰੂ ਤੋਂ ਹੀ ਜਿਹੜੀਆਂ ਸਿੱਖਾਂ ਦੀਆਂ ਐਕਟੀਵਿਟੀ ਸੀ, ਸਿੱਖ ਕੌਮ ਦੇ ਪ੍ਰਚਾਰ ਦੀਆਂ ਜੋ ਕਾਰਵਾਈਆਂ ਚੱਲ ਰਹੀਆਂ ਸੀ, ਕਿੱਥੇ ਕਿੱਥੇ ਗਤੀਵਿਧੀਆਂ ਚੱਲ ਰਹੀਆਂ, ਉਹ ਸਾਰੀਆਂ ਦੇ ਵਿੱਚ ਸ਼ੁਰੂ ਤੋਂ ਹੀ ਦਿਲਚਸਪੀ ਸੀ ਉਹਨਾਂ ਦੀ। ਜਦੋਂ ਫੈਡਰੇਸ਼ਨ ਦੇ ਪ੍ਰਧਾਨ ਵੀ ਉਦੋਂ ਹੀ ਬਣਦੇ ਹੁੰਦੇ ਆ ਭਾਈ ਅਮਰੀਕ ਸਿੰਘ ਜੀ, ਜਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਬਣਦੀ ਹੈ? ਨਹੀਂ, ਉਹ ਸਿੱਖ ਸਟੂਡੈਂਟ ਫੈਡਰੇਸ਼ਨ ਤਾਂ ਬਹੁਤ 1900 ਦੇ ਸ਼ੁਰੂਆਤ 'ਚ ਬਣ ਗਈ ਸੀ, ਸ਼ੁਰੂ ਹੋ ਗਈ ਸੀ। ਜੀ ਜੀ। ਇਹ ਜਦੋਂ ਖਾਲਸਾ ਕਾਲਜ ਦੇ ਵਿੱਚ MA ਕਰ ਰਹੇ ਸੀ ਜੀ, ਉਸ ਸਮੇਂ ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਕੱਤਰ ਸੀ। ਅੱਛਾ ਜੀ। ਜੀ। ਉਹ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਦਸਤਾਰ ਸੰਭਾਲਣ ਤੋਂ, ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਪਹਿਲਾਂ ਹੀ ਉਹ ਫੈਡਰੇਸ਼ਨ ਦੇ ਵਿੱਚ ਇਨਵੋਲਵ ਸੀ ਜੀ। ਤੇ ਪਰ ਜਦੋਂ 1978 ਦਾ ਜਿੱਦਾਂ ਸਾਕਾ ਹੋ ਗਿਆ ਤੇ ਉਸ ਤੋਂ ਬਾਅਦ ਇੱਥੇ ਮੈਂ ਇੱਕ ਗੱਲ ਰੱਖਾਂ, ਜਗਮੀਤ ਸਿੰਘ ਬਰਾੜ ਜਿਹੜੇ ਨੇ, ਉਹਨਾਂ ਦੇ ਪਿਤਾ ਜੀ ਗੁਰਮੀਤ ਸਿੰਘ ਬਰਾੜ ਜੀ, ਉਹ ਵੀ ਸੂਝਵਾਨ ਸਿੱਖ ਰਹੇ ਨੇ ਜੀ। ਉਹਨਾਂ ਨੇ, ਉਹ ਫੈਡਰੇਸ਼ਨ ਦੇ ਵਿੱਚ ਸੀ, ਉਹਨਾਂ ਨੇ ਫੈਡਰੇਸ਼ਨ ਵਾਲਿਆਂ ਨੂੰ ਇਹ ਗੱਲ ਜਿਵੇਂ ਤਾਨਾ ਮਾਰ ਕੇ ਆਖੀ, ਕਹਿੰਦੇ ਜੇ ਕੁਛ ਫੈਡਰੇਸ਼ਨ ਦਾ ਬਣਾਉਣਾ ਨਾ ਤੇ ਸੰਤ ਕਰਤਾਰ ਸਿੰਘ ਦਾ ਭਚੰਗੀ ਅਮਰੀਕ ਸਿੰਘ ਨੂੰ ਫੈਡਰੇਸ਼ਨ 'ਚ ਲੈ ਕੇ ਆਓ। ਵਾਹ। ਇਹ ਗੱਲ ਉਹਨਾਂ ਨੇ ਫੈਡਰੇਸ਼ਨ ਵਾਲਿਆਂ ਨੂੰ ਆਖੀ ਜਦੋਂ ਉਹਨਾਂ ਨੇ ਹਾਲਾਤ ਵੇਖੇ। ਤੇ ਉਸ ਤੋਂ ਬਾਅਦ ਫਿਰ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦਸਤਾਰ ਸੰਭਾਲੀ ਤੇ ਫਿਰ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਇਹਨਾਂ ਦਾ ਇਕੱਠ ਹੋਇਆ ਸੀ ਤੇ ਉਹਦੇ ਵਿੱਚ ਪਿਤਾ ਜੀ ਨੂੰ ਜਿਹੜਾ ਫੈਡਰੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਦੋਂ ਇਹ ਕਿਹੜੇ ਸਾਲ ਦੀ ਗੱਲ ਹੈਗੀ ਹੈ ਜੀ? ਇਹ 78 ਦੀ ਜੀ। 78 ਦੀ ਗੱਲ ਹੈ ਜੀ।
ਹੋ ਉਸ ਤੋਂ ਸਕਦਾ ਬਾਅਦ ਮੈਨੂੰ ਭੁਲੇਖਾ ਨਾ ਪੈਂਦਾ ਹੋਵੇ, ਪਰ ਜਿੱਥੋਂ ਤੱਕ ਮੈਨੂੰ ਲੱਗਦਾ 78 ਦੀ ਸੀ। ਜੀ ਜੀ। ਉਸ ਵੇਲੇ ਜਿਹੜੇ ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੇ ਭਾਈ ਅਮਰੀਕ ਸਿੰਘ ਜੀ ਮੋਰਚਾ ਸੰਭਾਲਦੇ ਆ, ਜੀ, ਉਸ ਵੇਲੇ ਦੀ ਵਾਰਤਾ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਕੋਈ ਖਾਸ ਗੱਲ ਜਿਹੜੀ ਦੱਸੀ ਹੋਵੇ? ਇਹ ਜੂਨ 1984 ਦੀ। ਹਾਂਜੀ ਹਾਂਜੀ, 84 ਦੀ, ਬਿਲਕੁਲ ਜੀ। ਅੱਜ ਦੇ ਦਿਨ ਚੱਲਦੇ ਪਏ ਆ ਉਹ। ਜੀ ਜੀ ਉਹ ਗੱਲਾਂ ਬਹੁਤ ਬਹੁਤ ਭਾਵਕ ਨੇ। ਜੀ ਉਹ ਗੱਲਾਂ ਕਈ ਵਾਰ ਜਦੋਂ ਕਿਤੇ ਇਕੱਲੇ ਬੈਠ ਕੇ ਸੋਚੀਦਾ ਨਾ, ਜੀ ਉਦੋਂ ਇਸ ਤਰ੍ਹਾਂ ਦਿਲ ਭਰ ਆਉਂਦਾ ਕਿ ਅੱਜ ਜਿੱਦਾਂ ਸਾਡੇ ਜ਼ਖਮ ਬੇਸ਼ੱਕ ਉੱਤੋਂ ਸਰੀਰ ਤੋਂ ਨਹੀਂ ਦਿਸਦੇ, ਜੀ ਸਾਡੇ ਹੋ ਸਕਦਾ ਸਕਿਨ ਦੇ ਉੱਤੇ ਕੋਈ ਦਾਗ ਨਾ ਪਿਆ ਹੋਵੇ, ਪਰ ਸਕਿਨ ਦੇ ਵਿੱਚੋਂ, ਦਿਲ ਦੇ ਵਿੱਚੋਂ ਉਹ ਖੂਨ ਜਿਹੜਾ ਉਹ ਅੱਜ ਵੀ ਰਿਸਦਾ। ਜੀ ਉਹ ਖੂਨ ਕੇਵਲ ਉਸ ਵੇਲੇ ਉੱਥੇ ਸ਼ਹੀਦਾਂ ਦੇ ਧਰਤੀ ਤੇ ਉੱਥੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਡੁੱਲ ਕੇ ਖਤਮ ਨਹੀਂ ਹੋਇਆ। ਉਹ ਹਰ ਸਿੱਖ ਦੇ ਦਿਲ ਵਿੱਚੋਂ, ਹਰ ਸਿੱਖ ਦੇ ਸਰੀਰ ਵਿੱਚੋਂ ਇਸ ਹਫ਼ਤੇ ਦੇ ਵਿੱਚ, ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ, ਸਾਰੇ ਸੰਸਾਰ ਵਿੱਚ ਹਰੇਕ ਸਿੱਖ ਦੇ ਸਰੀਰ ਚੋਂ ਰਿਸਦਾ। ਜੀ ਬਿਲਕੁਲ ਬਿਲਕੁਲ। ਜਦੋਂ ਆਪਾਂ ਉਸ ਹਫ਼ਤੇ ਦੀ, ਜੂਨ 1984 ਦੀ ਗੱਲ ਕਰਦੇ ਹਾਂ, ਜੀ ਉਸ ਸਮੇਂ ਮਾਤਾ ਜੀ ਨੇ ਮੈਨੂੰ ਸਾਰੇ ਸ਼ਬਦ ਉਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਦੱਸੇ। ਬਿਲਕੁਲ। ਕਹਿੰਦੇ ਕਿ ਉਦੋਂ ਸਾਰਾ ਪਰਿਵਾਰ ਹੀ ਉੱਥੇ ਗਿਆ ਹੋਇਆ ਸੀ ਦਰਬਾਰ ਸਾਹਿਬ। ਜੀ ਤੇ ਉੱਥੇ ਪੱਕੇ ਤੌਰ ਤੇ ਪਰਿਵਾਰ ਨਹੀਂ ਰਹਿੰਦਾ ਸੀ ਜੀ। ਉਹ ਸ੍ਰੀ ਮੁਕਤਸਰ ਸਾਹਿਬ ਉਹ ਮੂਵ ਹੋ ਗਏ ਸੀ ਜੱਦੀ ਪਿੰਡ ਤੋਂ, ਤੇ ਮੁਕਤਸਰ ਸਾਹਿਬ ਰਹੇ ਸੀ, ਉੱਥੇ ਰਹਿੰਦੇ ਸੀ ਤੇ ਜਾਂਦੇ ਸੀ ਕੋਈ ਤਕਰੀਬਨ ਹਫ਼ਤਾ 10 ਦਿਨ ਜਾਂ 15 ਦਿਨ ਰਹਿ ਕੇ ਤੇ ਫਿਰ ਵਾਪਸ ਆ ਜਾਂਦੇ ਸੀ। ਅੱਛਾ, ਆਪ ਜੀ ਦਾ ਜਿਹੜਾ ਜੱਦੀ ਪਿੰਡ ਹੈਗਾ ਉਹ ਮੁਕਤਸਰ ਸਾਹਿਬ ਕੋਲ ਸੀਗਾ ਜੀ? ਜੱਦੀ ਪਿੰਡ ਜੀ ਹੈਗਾ ਪਿੰਡ ਭੂਰਾ ਕੋਨਾ, ਖੇਮਕਰਨ ਦੇ ਨਾਲ, ਤਹਿਸੀਲ ਪੱਟੀ ਜੀ। ਉਸ ਸਮੇਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਹੁੰਦਾ ਸੀ, ਹੁਣ ਤਰਨਤਾਰਨ ਸਾਹਿਬ ਦੇ ਵਿੱਚ ਜਿਹੜਾ ਉਹ ਜੀ ਜੀ। 1981 ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਮੂਵ ਹੋਏ, ਕਿਉਂਕਿ ਉਹ ਜਿਹੜਾ ਪਿੰਡ ਆ ਉਹ ਬਿਲਕੁਲ ਬਾਰਡਰ ਦੇ ਉੱਪਰ ਆ, ਉੱਥੋਂ 2 ਜਾਂ 3 ਕਿਲੋਮੀਟਰ ਬਾਰਡਰ ਆ ਜੀ। ਤੇ ਜਿੱਦਾਂ ਦੇ ਪਹਿਲਾਂ ਹਾਲਾਤ ਬਣੇ, ਕਈ ਵਾਰ ਜੰਗਾਂ ਲੱਗੀਆਂ ਜਾਂ ਫੌਜਾਂ ਇੱਕ ਦੂਜੇ ਦੇ ਵਿਰੁੱਧ ਖੜੀਆਂ, ਉਦੋਂ ਉਜਾੜਾ ਬਹੁਤ ਹੁੰਦਾ ਸੀ ਜੀ ਬਿਲਕੁਲ। ਕਰਕੇ ਉਹ ਪਰਿਵਾਰ ਸਾਰੇ ਨੇ ਫੈਸਲਾ ਕੀਤਾ, ਸਮੁੱਚੇ ਜਿਹੜਾ ਇਕੱਠਾ ਪਰਿਵਾਰ ਸੀ ਵੱਡਾ, ਜਿਹੜਾ ਦਾਦਾ ਜੀ ਬ੍ਰਦਰ ਵੀ, ਉਹਨਾਂ ਦੇ ਵੀ, ਸਾਰਿਆਂ ਨੇ ਵੀ ਆਪਾਂ ਇੱਥੋਂ ਕਿਤੇ ਹੋਰ ਜਾ ਕੇ ਆਪਾਂ ਬਸੇਰਾ ਕਰੀਏ। ਮੁਕਤਸਰ ਮੂਵ ਹੋ ਜਾਂਦੇ ਆ। ਤੇ ਜਦੋਂ ਫਿਰ ਆਪ ਜੀ ਕਹਿੰਦੇ ਵੀ 1-2 ਜੂਨ ਨੂੰ ਮੈਨੂੰ ਪਤਾ ਲੱਗਿਆ ਕਿ ਤੁਹਾਡਾ ਸਾਰਾ ਪਰਿਵਾਰ, ਤੁਹਾਡੇ ਮਾਤਾ ਜੀ, ਸਤਿਕਾਰਯੋਗ ਮਾਤਾ ਜੀ, ਉਹ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੀਗੇ, ਸ੍ਰੀ ਅਕਾਲ ਤਖਤ ਸਾਹਿਬ ਵਿਖੇ? ਜੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਹੀਂ, ਪਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ। ਇੱਥੇ ਮੈਂ ਇੱਕ ਗੱਲ ਥੋੜੀ ਜਿਹੀ ਪਹਿਲਾਂ ਦੱਸ ਦਿਆਂ, ਕਿਉਂਕਿ ਮੂਵ ਹੋਣ ਦੀ ਗੱਲ ਚੱਲ ਰਹੀ ਸੀ। ਹਾਂਜੀ ਹਾਂਜੀ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਵਾਰ ਇੱਕ ਸਟੇਟਮੈਂਟ ਦਿੱਤੀ ਸੀ ਸਟੇਜ ਤੋਂ ਬੋਲਦਿਆਂ ਕਿ ਜੇ ਸਾਡੀ ਬੱਸ ਤੇ ਸਾਡਾ ਪਰਿਵਾਰ ਨਾ ਛੱਡਿਆ ਤੇ ਇਹਦੇ ਨਤੀਜੇ ਬਹੁਤ ਬੁਰੇ ਹੋਣਗੇ। ਜੋ ਉਹਨਾਂ ਨੇ ਸ਼ਬਦ ਵਰਤੇ ਆ, ਮੈਂ ਉਹ ਨਹੀਂ ਬੋਲ ਰਿਹਾ ਇੱਥੇ, ਹਨਾ। ਉਹਨਾਂ ਨੇ ਆਖਿਆ ਜੀ ਮੈਂ 5000 ਜਿਹੜੇ ਆ ਸਾਡੇ ਵਿਰੋਧੀਆਂ ਨੂੰ, ਅਸੀਂ ਉਹਨੂੰ ਘੰਟੇ 'ਚ ਵੱਢਾਂਗੇ ਜੀ, ਹਨਾ। ਇਹ ਗੱਲ ਸੰਤਾਂ ਨੇ ਉਸ ਸਮੇਂ ਆਖੀ ਸੀ ਜਦੋਂ ਇਹ ਪਰਿਵਾਰ, ਮੇਰੇ ਦਾਦੀ ਜੀ ਤੇ ਹੋਰ ਪਰਿਵਾਰ ਆਪਣੇ ਜੱਦੀ ਪਿੰਡ ਤੋਂ ਮਾਲਵੇ ਵਿੱਚ ਮੂਵ ਹੋਇਆ ਨਾ, ਉਸ ਬੱਸ ਦੇ ਵਿੱਚ ਬੈਠ ਕੇ ਜਾ ਰਿਹਾ ਸੀ ਉੱਥੇ ਜੀ, ਤੇ ਉਹਦੇ ਵਿੱਚ ਸਮੇਤ ਮੇਰੇ ਦਾਦੀ ਜੀ, ਉਹ ਜਿਹੜੀ ਬੱਸ ਸੀ ਉਹ ਪੁਲਿਸ ਨੇ ਫੜ ਲਈ ਉੱਥੇ ਜੀ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੰਤਾਂ ਨੂੰ ਕਿ ਉਹਨਾਂ ਨੇ ਸਾਡੀ ਮਾਤਾ ਨੂੰ ਫੜਿਆ, ਉਹ ਸਾਡੇ ਪਰਿਵਾਰ ਦਾ ਜਾਂ ਕੋਈ ਫਰਕ ਨਹੀਂ ਸਮਝਦੇ ਸੀ ਕਿ ਇਹ ਪਰਿਵਾਰ ਜਿਹੜਾ ਇਹ ਸੰਤ ਕਰਤਾਰ ਸਿੰਘ ਦਾ ਆ ਜਾਂ ਇਹ ਸੰਤ ਜਰਨੈਲ ਸਿੰਘ ਦਾ ਜੀ। ਤੇ ਉਸ ਰੋਸ ਦੇ ਵਿੱਚ ਆ ਕੇ ਉਹਨਾਂ ਨੇ 5 ਵਜੇ ਦਾ ਟਾਈਮ ਦਿੱਤਾ ਕਿ 5 ਵਜੇ ਤੱਕ ਉਹ ਬੱਸ ਛੱਡੀ ਜਾਵੇ, ਤੇ 5 ਵਜੇ ਤੋਂ ਪਹਿਲਾਂ ਬੱਸ ਸਾਡੇ ਪਿੰਡ ਪਹੁੰਚੀ ਸੀ। ਵਾਹ, ਕੀ ਬਾਤ ਹੈ। ਇੱਥੋਂ ਪਤਾ ਲੱਗਦਾ ਵੀ ਤੁਹਾਡੇ ਪਰਿਵਾਰ ਦੇ ਨਾਲ, ਭਾਈ ਅਮਰੀਕ ਸਿੰਘ ਜੀ ਨਾਲ ਸੰਤਾਂ ਦਾ ਪ੍ਰੇਮ ਕਿੰਨਾ ਕੁ ਸੀ। ਇਹ ਜਜ਼ਬਾਤ ਤੇ ਇਹ ਪਿਆਰ ਜਿਹੜਾ ਆ, ਇਹ ਬਹੁਤ ਡੂੰਘਾ ਆ, ਜਿਹੜਾ ਆਮ ਦਿਖਦਾ ਨਹੀਂ, ਉਸ ਤੋਂ ਵੀ ਬਹੁਤ ਜ਼ਿਆਦਾ ਡੂੰਘਾ ਹੈ ਜੀ। ਬਿਲਕੁਲ। ਤੇ ਮੈਂ ਕਹਾਂ ਉਸ ਵਿਸ਼ੇ ਤੇ ਵਾਪਸ ਜੀ। ਉਹ ਗੁਰੂ ਰਾਮਦਾਸ ਲੰਗਰ ਦੇ ਨਾਲ 2 ਬੁੰਗੇ ਨੇ। ਬਿਲਕੁਲ ਜੀ। ਉਹਨਾਂ ਬੁੰਗਿਆਂ ਦੇ ਵਿਚਾਲੇ ਨਾ ਕਈ ਕਮਰੇ ਨੇ, ਉਹਨਾਂ ਚੋਂ ਇੱਕ ਕਮਰਾ ਜਿਹੜਾ ਉਹ ਭਾਈ ਅਮਰੀਕ ਸਿੰਘ ਜੀ ਕੋਲੇ ਸੀ, ਫੈਡਰੇਸ਼ਨ ਕੋਲੇ ਸੀ ਜੀ। ਇੱਕ ਜਦੋਂ ਆਪਾਂ ਗੁਰੂ ਰਾਮਦਾਸ ਜੀ ਲੰਗਰ ਦੇ ਗਰਾਊਂਡ ਫਲੋਰ ਤੋਂ ਉੱਪਰਲੇ ਫਲੋਰ ਤੇ ਜਾਂਦੇ ਆ, ਸੈਕੰਡ ਫਲੋਰ ਤੇ ਜੀ, ਤੇ ਪੌੜੀਆਂ ਜਿਹੜੀਆਂ ਜਾਂਦੀਆਂ, ਉਹ ਪੌੜੀਆਂ ਥੱਲਿਓਂ ਕਵਰ ਕਰਕੇ ਇੱਕ ਟ੍ਰਾਇੰਗਲ ਦਾ ਬਣ ਗਿਆ, ਜਿਹੜਾ ਉਹਦਾ ਰੂਮ ਬਣਾਇਆ ਸੀ ਜੀ। ਉਹ ਕਮਰਾ ਭਾਈ ਅਮਰੀਕ ਸਿੰਘ ਜੀ ਜਿਹੜੇ ਆ
ਉਹ ਰੱਖਦੇ ਸੀ ਆਪਦੇ ਕੋਲੇ, ਉਹਨਾਂ ਕੋਲੇ ਉਹ ਕਮਰਾ ਸੀ, ਪਰਿਵਾਰ ਉੱਥੇ ਰਹਿੰਦਾ ਸੀ ਜਾ ਕੇ ਜੀ। ਤੇ ਉਸ ਸਮੇਂ 1 ਜੂਨ ਨੂੰ ਸਾਰਾ ਪਰਿਵਾਰ, ਮੇਰੇ ਦਾਦੀ ਜੀ, ਮੇਰੇ ਮਾਤਾ ਜੀ, ਵੱਡੀ ਭੈਣ ਜੀ ਸਤਵੰਤ ਕੌਰ, ਛੋਟੀ ਭੈਣ ਪਰਮਜੀਤ ਕੌਰ, ਉਹ ਸਾਰੇ ਉੱਥੇ ਉਸ ਕਮਰੇ ਦੇ ਵਿੱਚ ਸੀ। ਜਦੋਂ 1 ਤਰੀਕ ਨੂੰ ਗੋਲੀ ਚੱਲੀ ਤਾਂ 2 ਤਰੀਕ ਨੂੰ ਪਿਤਾ ਜੀ ਉਸ ਕਮਰੇ ਦੇ ਵਿੱਚ ਆਏ ਜੀ। ਤੇ ਉਹਨਾਂ ਦਿਨਾਂ ਦੇ ਵਿੱਚ ਉਹ ਪੱਕੇ ਤੌਰ ਤੇ ਸੰਤਾਂ ਦੇ ਨਾਲ ਹੀ ਉੱਧਰ ਹੀ ਰਹਿਣ ਲੱਗ ਪਏ ਸੀ, ਕਿਉਂਕਿ ਵੀ ਉਹ ਕਹਿੰਦੇ ਸੀ ਕੋਈ ਪਤਾ ਨਹੀਂ ਵੀ ਬਾਅਦ ਚੋਂ ਮੌਕਾ ਮਿਲਣਾ ਜਾਂ ਕਿੱਧਰ ਜਾਣ ਦਾ ਮਿਲਣਾ ਜਾਂ ਨਹੀਂ ਮਿਲਣਾ। ਉਹ ਆਏ ਨਾਲ, ਮੇਰੇ ਮਾਮਾ ਜੀ ਸੀ, ਮੇਰੇ ਸਕੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ, ਉਹਨਾਂ ਨੂੰ ਲੈ ਕੇ ਆਏ ਨਾਲ, ਉਹ ਵੀ ਉਹਨਾਂ ਦੇ ਨਾਲ ਉਦੋਂ ਉੱਥੇ ਸੀ। ਤੇ ਆ ਕੇ ਕੁਝ ਗੱਲਾਂ, ਪਰਿਵਾਰਕ ਗੱਲਾਂ ਉਹਨਾਂ ਨੇ ਕੀਤੀਆਂ ਜੀ। ਜਿੱਦਾਂ ਕਿ ਉਹ ਡਾਇਰੈਕਸ਼ਨ ਦੇਣੀ ਹੁੰਦੀ ਆ ਕਿ ਮੇਰੇ ਤੋਂ ਬਾਅਦ ਮੇਰੇ ਬੱਚਿਆਂ ਨੂੰ ਤੁਸੀਂ ਦੁਨਿਆਵੀ ਵਿੱਦਿਆ ਵੀ ਜ਼ਰੂਰ ਦੇਣੀ ਆ, ਜਿੱਥੇ ਆਪਾਂ ਅਧਿਆਤਮਿਕ ਵਿੱਦਿਆ ਦੇਣੀ ਆ, ਉੱਥੇ ਦੁਨਿਆਵੀ ਵਿੱਦਿਆ ਵੀ ਪੂਰੇ ਪੜ੍ਹੇ ਹੋਣ ਕਿ ਕੱਲ ਨੂੰ ਕਿਤੇ ਟੇਬਲ ਦੀ ਕੋਈ ਗੱਲ ਚੱਲੇ ਤਾਂ ਆਪਣੀ ਕੌਮ ਹਾਰੇ ਨਾ। ਤੁਹਾਡੀ ਪਰਵਰਿਸ਼ ਬਾਰੇ ਉਹ ਪੂਰੀ ਖਾਕਾ ਚਿੱਤਰਨ ਕਰਕੇ ਪਹਿਲੇ ਦੇ ਗਏ ਸਨ ਵੀ ਮੇਰੇ ਬੱਚੇ ਸਟੱਡੀ ਪੱਖੋਂ, ਵਿੱਦਿਆ ਪੱਖੋਂ ਪੂਰੇ ਚੜ੍ਹਦੀ ਕਲਾ ਚ ਹੋਣੇ ਚਾਹੀਦੇ ਆ ਪਹਿਲਾਂ। ਹਾਂਜੀ, ਤੇ ਉਹ ਗੱਲਾਂ ਕਰਕੇ ਗਏ। ਫਿਰ ਜਥੇ ਦੇ ਨਾਲ ਕਰਕੇ ਗਏ ਕਿ ਉਹਨਾਂ ਨੇ ਕੁਝ ਉਧਾਰ ਫੜਿਆ ਜਥੇ ਤੋਂ, ਤੇ ਉਹ ਮੇਰਾ ਉਧਾਰ ਤੁਸੀਂ ਹਰ ਹਾਲਤ ਦੇ ਵਿੱਚ ਲਾਉਣਾ ਜੀ, ਵੀ ਆਪਦਾ ਭਾਵੇਂ ਤੁਹਾਡੇ ਘਰੇ ਰੋਟੀ ਪੱਕੇ ਨਾ ਪੱਕੇ, ਪਰ ਉਹ ਉਧਾਰ ਤੁਸੀਂ ਜਿਹੜਾ ਆ ਉਹ ਲਾਉਣਾ। ਵਾਹਿਗੁਰੂ। ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਐਂ ਕਰੋ, ਇੱਥੇ ਹਾਲਾਤ ਵਿਗੜ ਗਏ ਆ ਤੇ ਹੁਣ ਕੋਈ ਪਤਾ ਨਹੀਂ ਇੱਥੇ ਮਾਵਾਂ ਨੇ ਪੁੱਤ ਨਹੀਂ ਸੰਭਾਲਣੇ, ਜਿੱਦਾਂ ਦੇ ਹਾਲਾਤ ਬਣੀ ਜਾਂਦੇ ਬਹੁਤ ਖਰਾਬ ਹੋ ਗਏ ਆ, ਤੇ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਕਿਸੇ ਵੀ ਤਰ੍ਹਾਂ ਕੋਈ ਜਦੋਂ ਬਾਹਰਲੇ ਲੋਕ ਆਉਣ ਉਹ ਸਾਡੀਆਂ ਬੱਚੀਆਂ ਦੇ, ਉਹ ਸਾਡੀਆਂ ਬੀਬੀਆਂ ਦੀ ਕੋਈ ਬੇਪਤੀ ਕਰਨ। ਤੇ ਅਸੀਂ ਤੁਹਾਨੂੰ ਚਾਹੁੰਦੇ ਆ ਵੀ ਤੁਸੀਂ ਜਿੰਨੀਆਂ ਬੀਬੀਆਂ ਆ, ਬੱਚੇ ਆ, ਉਹ ਇਸ ਕੰਪਲੈਕਸ ਦੇ ਵਿੱਚੋਂ ਜਦੋਂ ਵੀ ਕਰਫਿਊ 'ਚ ਢਿੱਲ ਮਿਲਦੀ ਉਹ ਬਾਹਰ ਚਲੇ ਜਾਓ ਇੱਥੋਂ ਜੀ। ਤੇ ਜਦੋਂ ਇਹ ਗੱਲ ਆਖੀ ਤੇ ਮੇਰੇ ਮਾਤਾ ਜੀ ਜਿਹੜੇ ਸੀ ਉਹ ਕਹਿੰਦੇ ਵੀ ਅਸੀਂ ਤਾਂ ਚਲੇ ਜਾਵਾਂਗੇ ਤੇ ਤੁਸੀਂ, ਕਹਿੰਦੇ ਮੇਰੇ ਤੋਂ ਇਹ ਉਮੀਦ ਨਾ ਰੱਖੋ ਵੀ ਮੈਂ ਤੁਹਾਡੇ ਗੋਡੇ ਨਾਲ ਜੁੜ ਕੇ ਬੈਠਾ ਰਹਿਣਾ। ਅਸੀਂ ਜਿਹੜੇ ਟਾਈਮ ਦਾ, ਜਿਹੜੇ ਸਮੇਂ ਦੀਆਂ ਅਰਦਾਸਾਂ ਕਰਦੇ ਸੀ ਨਾ, ਕਹਿੰਦੇ ਉਹ ਸਮਾਂ ਆ ਗਿਆ ਹੁਣ। ਜਿਹੜੇ ਸਮੇਂ ਨੂੰ ਅਸੀਂ ਬੜੇ ਚਿਰ ਤੋਂ ਉਡੀਕਦੇ ਸੀ, ਇਹ ਸਮੇਂ ਲੱਖਾਂ ਜਨਮਾਂ ਵਾਰ ਕੇ ਵੀ ਇਦਾਂ ਦੇ ਸਮੇਂ ਨਹੀਂ ਮਿਲਦੇ। ਕਹਿੰਦੇ ਅਸੀਂ ਤੁਹਾਨੂੰ ਸਪਸ਼ਟ ਦੱਸ ਦਈਏ, ਅਸੀਂ ਸ਼ਹੀਦ ਹੋਣਾ। ਇਹ 2 ਤਰੀਕ ਦੀਆਂ ਗੱਲਾਂ ਨੇ ਜੀ। ਜਦੋਂ ਉਹਨਾਂ ਨੇ ਆਖਿਆ ਤੇ ਕੁਦਰਤੀ ਤੌਰ ਤੇ ਭਾਵਕ ਹੋਣਾ ਪਰਿਵਾਰ ਦਾ ਸੁਭਾਵਿਕ ਸੀ ਉਹ। ਬਿਲਕੁਲ ਜੀ। ਮਾਤਾ ਜੀ ਕਹਿੰਦੇ, ਮੇਰੇ ਮਾਤਾ ਜੀ, ਕਿ ਜੇ ਤੁਸੀਂ ਨਹੀਂ ਜਾਣਾ ਫਿਰ ਅਸੀਂ ਜਾ ਕੇ ਕੀ ਕਰਨਾ। ਜਿੱਦਾਂ ਆਪਾਂ ਸਾਰਿਆਂ ਨੂੰ ਇੱਥੋਂ ਦੇ, ਚਲੋ ਥੋੜੇ ਹਾਲਾਤ ਹੋਰ ਆ, ਇੰਡੀਆ ਦੇ ਵਿੱਚ ਤੁਹਾਨੂੰ ਪਤਾ ਇੱਕ ਜੋ ਮੇਲ ਮੈਂਬਰ ਹੁੰਦਾ ਮੇਨ ਘਰ ਦਾ, ਸਾਰਾ ਘਰ ਚੱਲਦਾ। ਬਿਲਕੁਲ ਜੀ। ਤੇ ਉਹ ਕਹਿੰਦੇ ਜਦੋਂ ਤੁਸੀਂ ਨਹੀਂ ਜਾਣਾ ਫਿਰ ਅਸੀਂ ਜਾ ਕੇ ਕਰਨਾ, ਸਾਡਾ ਪਿੱਛੇ ਕੀ ਰਹਿ ਜਾਣਾ, ਅਸੀਂ ਕਿਉਂ ਜਾਈਏ। ਕਹਿੰਦੇ ਮੈਂ ਤੁਹਾਨੂੰ ਕਹਿਣਾ ਸੀ, ਦੱਸਣਾ ਸੀ, ਮੈਂ ਦੱਸਤਾ, ਤੇ ਇਹ ਨਾ ਸੋਚਿਓ ਵੀ ਜੇ ਤੁਸੀਂ ਇੱਥੇ ਬੈਠੇ ਆ ਤੇ ਮੈਂ ਤੁਹਾਡੇ ਗੋਡੇ ਨਾਲ ਬੈਠਾ ਰਹੂੰਗਾ ਜੀ। ਮੈਂ ਚਲੇ ਜਾਣਾ ਸੰਤਾਂ ਕੋਲੇ, ਤੇ ਮੈਂ ਤੁਹਾਨੂੰ ਕੰਪੈਲ ਵੀ ਨਹੀਂ ਕਰਦਾ। ਮਾਤਾ ਜੀ, ਦਾਦੀ ਜੀ ਨੂੰ ਆਖਿਆ ਵੀ ਤੁਸੀਂ ਜ਼ਰੂਰ ਜਾਣਾ, ਤੁਸੀਂ ਜਾਓ। ਤੇ ਮੇਰੇ ਮਾਤਾ ਜੀ ਨੂੰ ਉਹਨਾਂ ਨੇ ਆਖਿਆ ਵੀ ਮੈਂ ਤੁਹਾਨੂੰ ਕੰਪੈਲ ਨਹੀਂ ਕਰਦਾ, ਤੁਸੀਂ ਰਹਿਣਾ ਤਾਂ ਰਹਿ ਲਓ, ਤੇ ਜੇ ਜਾਣਾ ਤਾਂ ਚੱਲ ਜਾਓ। ਜੇ ਉਹਨਾਂ ਨੇ ਇਹ ਗੱਲ ਉੱਥੇ ਆਖੀ ਵੀ ਜੇ ਮਹਾਰਾਜ ਨੇ ਗਾਂ ਸੰਤਾਂ ਦੀ ਪੀੜ੍ਹੀ ਵਧਾਉਣੀ ਹੋਈ ਤਾਂ ਤੁਹਾਡੀ ਜਾਨ ਬਚਣੀ ਹੋਈ ਤਾਂ ਮਹਾਰਾਜ ਆਪੇ ਬਚਾ ਲੈਣਗੇ, ਜੇ ਨਾ ਲਿਖੀ ਹੋਈ, ਜੇ ਨਾ ਵਧਣੀ ਹੋਈ ਤੇ ਫਿਰ ਜਿਵੇਂ ਹੋਊਗਾ ਉਹ ਤੁਹਾਡੀ ਉਹ ਮਰਜ਼ੀ ਮਹਾਰਾਜ ਦੀ ਜੀ। ਇਹ ਸ਼ਬਦ ਉਹਨਾਂ ਨੇ ਆਖੇ। ਤੇ ਜਦੋਂ ਜਾਣ ਲੱਗੇ ਮੇਰੀ ਵੱਡੀ ਭੈਣ ਸਤਵੰਤ ਕੌਰ ਨੇ ਲੱਤ ਨੂੰ ਜੱਫਾ ਮਾਰ ਲਿਆ ਉਹਨਾਂ ਦੀ। ਉਹ ਸੀਨ ਸੋਚ ਕੇ ਨਾ ਕਈ ਵਾਰ ਹੁਣ ਵੀ ਅੱਖਾਂ 'ਚ ਹੰਝੂ ਆਉਂਦੇ ਆ। ਮੈਨੂੰ ਯਾਦ ਆ ਪਿਛਲੀ ਵਾਰ ਅਸੀਂ ਇੰਡੀਆ ਗਏ ਤੇ ਉੱਥੇ ਜਦੋਂ 2 ਕੁ ਮਹੀਨੇ ਰਹਿਣ ਤੋਂ ਬਾਅਦ ਵਾਪਸ ਆਉਣ ਲੱਗੇ ਨਾ ਜੀ, ਰਿਸ਼ਤੇਦਾਰ ਜਿਹੜੇ 에ਅਰਪੋਰਟ ਤੇ ਵੀ ਚੜਾਉਣ ਆਏ ਨਾ ਉਹ ਵੀ ਰੋਣ ਲੱਗ ਪਏ ਵੀ ਹੁਣ ਪਤਾ ਨਹੀਂ ਸਾਲ ਬਾਅਦ ਮਿਲਣਾ ਜਾਂ 6 ਮਹੀਨੇ ਬਾਅਦ ਮਿਲਣਾ ਜਾਂ 2 ਸਾਲ ਬਾਅਦ ਮਿਲਣਾ। ਹਾਲਾਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਤਾਂ ਅਮਰੀਕਾ ਹੀ ਚੱਲੇ ਆ ਤੇ ਇਹਨਾਂ ਨੇ ਆ ਜਾਣਾ, ਫਿਰ ਜਾਂ ਗੱਲ ਹੁੰਦੀ ਰਹਿਣੀ ਫੋਨ ਤੇ। ਇਹ ਤਾਂ 24 ਘੰਟੇ ਦੂਰ ਹੈ, 24 ਘੰਟੇ ਬਾਅਦ ਜਦੋਂ ਮਰਜ਼ੀ ਅਸੀਂ ਇੱਕ ਦੂਜੇ ਸਥਾਨ ਤੇ ਜਾ ਸਕਦੇ ਆ। ਇੰਨੇ ਪਿੱਛੇ ਉੱਥੇ
ਆਪਦੇ ਰਿਸ਼ਤੇਦਾਰਾਂ ਦੇ ਨਾਲ ਅਸੀਂ ਹੋਰ ਵੀ ਉੱਥੇ ਪੈਸੰਜਰ ਜਿਹੜੇ ਉਹ ਰੋਂਦੇ ਦੇਖੇ ਜੀ ਤੇ ਉਹ ਸੋਚ ਕੇ ਦੇਖੋ ਕਿ ਉਹ ਹਾਲਾਤ ਕਿੱਦਾਂ ਦੇ ਹੋਣੇ ਆ ਜਦੋਂ ਇੱਕ ਸਿੰਘ ਸੂਰਮੇ ਗੁਰੂ ਦੇ ਲਾਲ ਗੁਰੂ ਦੇ ਪੁੱਤਰ ਜਦੋਂ ਹਮੇਸ਼ਾ ਲਈ ਜਾਣ ਲਈ ਜਿਹੜੇ ਆ ਉਹ ਆਪਦੇ ਪਰਿਵਾਰ ਨੂੰ ਇਹ ਕਹਿ ਰਹੇ ਵੀ ਤੁਸੀਂ ਇੱਥੋਂ ਜਾਓ, ਮੈਂ ਦੁਬਾਰਾ ਮੁੜ ਕੇ ਨਹੀਂ ਆਉਣਾ ਤੁਹਾਡੇ ਕੋਲ। ਤੇ ਉਹਨਾਂ ਨੇ ਬਾਂਹ ਘੁੱਟ ਕੇ ਫੜ ਕੇ, ਥੋੜਾ ਧੱਕੇ ਨਾਲ ਫੜ ਕੇ ਤੇ ਦਾਦੀ ਜੀ ਨੂੰ ਵੱਡੀ ਭੈਣ ਦੀ ਬਾਂਹ ਫੜਾਤੀ ਤੇ ਕਹਿੰਦੇ ਵੀ ਇਹਨਾਂ ਨੂੰ ਲੈ ਕੇ ਜਦੋਂ ਵੀ ਤੁਸੀਂ ਹੁੰਦਾ ਕਰਫਿਊ ਦੇ ਵਿੱਚ ਢਿੱਲ ਮਿਲਦੀ ਆ ਤੇ ਤੁਸੀਂ ਇਸ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਜਾਓ ਜੀ। ਨਾਲ ਉਹਨਾਂ ਨੇ ਮਾਮਾ ਜੀ ਦੀ ਡਿਊਟੀ ਲਾਈ, ਭਾਈ ਅਵਤਾਰ ਸਿੰਘ ਜੀ ਦੀ, ਜੀ ਤੂੰ ਆਪਣੀ ਭੈਣ ਕੋਲੇ ਰਹਿਣਾ, ਜਿੰਨਾ ਚਿਰ ਇਹ ਇੱਥੇ ਆ ਉਹਨਾਂ ਚਿਰ ਤੂੰ ਇਹਦਾ ਧਿਆਨ ਰੱਖਣਾ ਵੀ ਕੋਈ ਵੀ ਬਾਹਰੋਂ ਆ ਕੇ ਕੋਈ ਓਦਾਂ ਦੀ ਗੱਲ ਨਾ ਕਰੇ। ਕਿਉਂਕਿ ਇੱਕ ਬਹੁਤ ਵੱਡੀ ਇਸ ਗੱਲੋਂ ਜ਼ਿੰਮੇਵਾਰੀ ਵੀ ਸੀ ਕਿ ਜੇ ਕੋਈ ਬਾਹਰੋਂ ਆ ਕੇ ਫੌਜੀ ਜਾਂ ਕੋਈ ਓਦਾਂ ਦਾ ਬੇਪਤੀ ਮੰਨ ਲਓ ਦਾਦੀ ਜੀ ਦੀ ਜਾਂ ਕਰਦੇ ਆ ਜਾਂ ਕੋਈ ਉਹਨਾਂ ਨੂੰ ਅਰੈਸਟ ਕਰਦੇ ਤਾਂ ਉਹ ਜਿਹੜੀ ਗੱਲ ਨਾਲ ਸੰਤ ਕਰਤਾਰ ਸਿੰਘ ਜੀ ਦੇ ਨਾਲ ਜੁੜਨੀ ਸੀ। ਬਿਲਕੁਲ ਬਿਲਕੁਲ ਜੀ। ਇਹ ਉਹਨਾਂ ਦੀ ਦੂਰ ਅੰਦੇਸ਼ੀ, ਉਹਨਾਂ ਦੀ ਸੋਚ ਉਹ ਤੇ ਇੰਨੀ ਗੱਲ ਕਹਿ ਕੇ ਉਹ ਉੱਥੋਂ ਚਲੇ ਗਏ। ਦੁਬਾਰਾ ਉਹ ਕਦੇ ਵੀ ਜਿਹੜੇ ਆ ਪਰਿਵਾਰ ਦੇ ਕੋਲ ਨਹੀਂ ਆਏ। ਪਰ ਮਾਤਾ ਜੀ ਉਸ 2 ਤਰੀਕ ਦੇ ਉੱਥੇ ਉਹ 4 ਤੇ 5 ਤਰੀਕ ਨੂੰ 5 ਤਰੀਕ ਦੀ ਰਾਤ ਜਿਹੜੀ ਆ 4 ਤੇ 5 ਦੀ ਰਾਤ 5 ਨੂੰ ਤੜਕੇ ਉਹ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਚੋਂ ਬਾਹਰ ਆਉਂਦੇ ਆ ਜੀ। ਤੇ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਕਹਿੰਦੇ ਆ ਕਿ ਸੂਰਮਿਆਂ ਨੂੰ ਸੂਰਮੇ ਜਿਹੜੇ ਨੇ ਉਹ ਛੱਡ ਨਹੀਂ ਸਕਦੇ, ਦੂਰ ਨਹੀਂ ਰਹਿ ਸਕਦੇ। ਬਿਲਕੁਲ ਜੀ। ਮਾਮਾ ਜੀ ਉੱਥੇ ਉਹਨਾਂ ਨੂੰ ਕੋਲ ਬਿਠਾ ਗਏ ਮਾਤਾ ਜੀ ਦੇ ਕੋਲੇ ਜੀ, ਪਰ ਉਹਨਾਂ ਦੇ ਦਿਲ ਨੂੰ ਚੈਨ ਨਹੀਂ ਸੀ ਆਉਂਦਾ ਵੀ ਬਾਹਰ ਏਦਾਂ ਦਾ ਮਾਹੌਲ ਬਣਿਆ, ਏਦਾਂ ਦੇ ਆ ਮੌਕਾ ਬਣਿਆ ਤੇ ਮੈਂ ਅੰਦਰ ਬੈਠਾ। ਉਹਨਾਂ ਨੇ ਕੀ ਕੀਤਾ, ਥੋੜਾ ਜਿਹਾ ਕਰਕੇ ਉਹ ਕਹਿੰਦੇ ਕਿ ਭੈਣ ਚਲੋ, ਮੈਂ ਤੁਹਾਨੂੰ ਇੱਥੇ ਹੋਰ ਬੀਬੀਆਂ ਮੈਂ ਵੇਖ ਕੇ ਆਇਆ, ਉਸ ਕਮਰੇ 'ਚ ਨਾ ਹੋਰ ਵੀ ਬੀਬੀਆਂ ਬੈਠੀਆਂ ਜੀ, ਮੈਂ ਤੁਹਾਨੂੰ ਉਹ ਬੀਬੀਆਂ ਕੋਲੇ ਛੱਡ ਆਉਣਾ ਤੇ ਮੈਂ ਨਾਲੇ ਪਤਾ ਲੈ ਕੇ ਆਉਣਾ ਵੀ ਭਾਈ ਸਾਹਿਬ ਦਾ ਕੀ ਹਾਲ ਆ, ਉਹਨਾਂ ਦਾ ਕਿੱਦਾਂ, ਮੈਂ ਵੇਖ ਕੇ ਆਉਣਾ ਉਹਨਾਂ ਕੋਲੇ ਜੀ ਜੀ। ਉਹਨਾਂ ਨੇ ਕੀ ਕੀਤਾ, ਲੰਗਰ ਤੋਂ ਲਿਜਾ ਕੇ ਪਰਿਕਰਮਾ ਦੇ ਵਿੱਚ ਲੈ ਗਏ ਜੀ। ਜੋ ਭੰਜਨੀ ਬੇਰੀ ਦੇ ਅੱਗੋਂ ਦੀ ਲੰਘਦੇ ਹੋਏ ਉੱਥੋਂ ਸੱਜੇ ਪਾਸੇ ਨੂੰ ਜਿਹੜਾ ਬੁੰਗਿਆਂ ਦੇ ਨਾਲ ਕਾਰਨਰ ਬਣਦਾ ਜਿਹੜਾ ਪਰਿਕਰਮਾ ਦਾ ਜੀ ਜੀ, ਕਬੀਲ ਆ ਜਿੱਥੇ ਜੀ, ਕਬੀਲ ਦੇ ਨਾਲ ਜਿਹੜੇ ਪਰਿਕਰਮਾ ਦੇ ਵਿੱਚ ਕਮਰੇ ਨੇ ਜੀ, ਉਸ ਕਮਰੇ ਦੇ ਵਿੱਚ ਹੋਰ ਵੀ ਤਕਰੀਬਨ ਉੱਥੇ ਕਹਿੰਦੇ ਕਿ 40-50 ਬੀਬੀਆਂ ਉੱਥੇ ਬੈਠੀਆਂ ਸੀ, ਬੱਚੇ ਵੀ ਸੀ ਨਾਲ ਉਹਨਾਂ ਦੇ ਜੀ। ਉਹਨਾਂ ਬੀਬੀਆਂ ਦੇ ਕੋਲ ਬਿਠਾ ਗਏ ਤੁਹਾਡੇ ਮਾਤਾ ਜੀ ਨੂੰ, ਮੇਰੀ ਮੰਮੀ ਨੂੰ, ਮਦਰ ਨੂੰ, ਹਾਂਜੀ ਹਾਂਜੀ ਹਾਂਜੀ, ਉਹਨਾਂ ਨੂੰ ਉੱਥੇ ਬਿਠਾ ਗਏ ਤੇ ਮੇਰੀ ਜਿਹੜੀ ਮੇਰੇ ਤੋਂ ਵੱਡੀ ਭੈਣ ਆ ਪਰਮਜੀਤ ਕੌਰ, ਉਹ ਉਹਨਾਂ ਦੇ ਨਾਲ ਸੀ ਜੀ। ਬਿਲਕੁਲ, ਮੇਰੀ ਸਭ ਤੋਂ ਵੱਡੀ ਭੈਣ ਤਾਂ ਦਾਦੀ ਜੀ ਲੈ ਗਏ, ਉਹ 2 ਤਰੀਕ ਨੂੰ ਚਲੇ ਜਾਂਦੇ ਹੈਗੇ ਆ ਉਹ ਤਾਂ ਜੀ। ਤੇ ਇਹ ਜਿਹੜੇ ਉੱਥੇ ਬਿਠਾ ਗਏ, ਉਹ ਗੋਲੀਆਂ ਚੱਲੀ ਜਾਂਦੀਆਂ ਉੱਤੋਂ ਦੀ, ਸਾਰਾ ਕੁਝ ਹੋਈ ਜਾਂਦਾ। ਉਹ ਚਲੇ ਗਏ। ਇੱਕ ਵਾਰ ਉਹ ਵਾਪਸ ਆਏ ਮਾਮਾ ਜੀ, ਉਹ ਕੁਝ ਭੁੱਜੇ ਛੋਲੇ ਤੇ ਸੁੱਕਾ ਦੁੱਧ ਜੀ ਉਹ ਲਿਆ ਕੇ ਬਾਲਟੀ ਦੇ ਵਿੱਚ ਪਾਇਆ ਸੀ ਤੇ ਕਹਿੰਦੇ ਲਿਆ ਕੇ ਤੇ ਉੱਥੇ ਸੰਗਤ ਨੂੰ ਫੜਾ ਗਏ। ਉਹ ਵੀ ਮਿਲਣ ਨਹੀਂ ਆਏ, ਕਹਿੰਦੇ ਅੱਗੇ ਮੇਰੇ ਤੱਕ, ਵਾਹਿਗੁਰੂ, ਉਹ ਸੰਗਤ ਨੂੰ ਫੜਾ ਗਏ ਵੀ ਜਿੰਨੇ ਵੀ ਇੱਥੇ ਬੱਚੇ ਨੇ ਇਹ ਸਾਰੇ ਉਹਨਾਂ ਲਈ ਦੁੱਧ ਜਿਹੜਾ ਆ ਉਹਨਾਂ ਨੂੰ ਦੁੱਧ ਪਿਆਓ ਇੱਥੇ, ਤੇ ਜਿੰਨੇ ਵੀ ਇੱਥੇ ਕੋਈ ਬਜ਼ੁਰਗ ਆ ਜਾਂ ਜਿਹੜੇ ਹੈਗੇ ਆ ਉਹ ਭੁੱਜੇ ਛੋਲੇ ਖਾ ਕੇ ਤੇ ਆਪਣਾ ਸਮਾਂ ਜਿਹੜਾ ਆ ਉਹ ਬਤੀਤ ਕਰੇ, ਕੋਈ ਭੁੱਖ ਨਾਲ ਨਾ ਮਰੇ ਇੱਥੇ ਜੀ। ਬਿਲਕੁਲ। ਬਾਅਦ ਉੱਥੋਂ ਮੁੜੇ ਮਾਮਾ ਜੀ ਤੇ ਦੁਬਾਰਾ ਸੰਤਾਂ ਕੋਲੇ ਚਲੇ ਗਏ, ਡੈਡੀ ਜੀ ਹੁਣਾਂ ਕੋਲੇ ਚਲੇ ਗਏ। ਉਹ ਕਦੇ ਵੀ ਵਾਪਸ ਨਹੀਂ ਆਏ, ਉਹ ਵੀ ਉਹਨਾਂ ਦੇ ਨਾਲ ਜੂਝਦੇ ਹੋਏ ਤੇ ਉਹ ਵੀ ਉੱਥੇ ਸ਼ਹੀਦੀ ਪ੍ਰਾਪਤ ਕਰ ਗਏ। ਇੱਥੇ ਮੈਂ ਇੱਕ ਗੱਲ ਕਹਿਣਾ ਵੀ ਜਿੱਥੇ ਮੈਂ ਆਪਣੇ ਪਿਤਾ ਨੂੰ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਨਾ, ਉੱਥੇ ਮੈਂ ਨਾਲ ਆਪਦੀ ਮਾਤਾ ਨੂੰ ਵੀ ਜਿਹੜਾ ਆ ਪ੍ਰਣਾਮ ਕਰਦਾ ਹਾਂ ਉੱਥੇ। ਬਿਲਕੁਲ, ਕਿਉਂਕਿ ਇੱਕੋ ਸਮੇਂ ਤੇ ਆਪਣੇ ਪਤੀ ਨੂੰ ਸ਼ਹੀਦ ਕਰਾਉਣਾ, ਨਾਲ ਆਪਣੇ ਭਰਾ ਨੂੰ ਸ਼ਹੀਦ ਕਰਾਉਣਾ ਸਭ ਤੋਂ ਔਖਾ। ਬਿਲਕੁਲ ਜੀ। ਤੇ ਉਹਨਾਂ ਨੇ ਉਹ ਕਰਕੇ ਫਿਰ ਵੀ ਚਲੋ ਉਸ ਪਰਮਾਤਮਾ ਦਾ ਹਮੇਸ਼ਾ ਸ਼ੁਕਰ ਕੀਤਾ। ਤੇ ਏਦਾਂ ਦੇ ਹਾਲਾਤ ਵਿੱਚੋਂ ਲੰਘਣਾ ਕੋਈ ਆਮ ਗੱਲ, ਕੋਈ ਸੌਖੀ ਗੱਲ ਨਹੀਂ। ਜਿੱਦਾਂ ਦੇ ਹਾਲਾਤਾਂ ਦੇ ਵਿੱਚੋਂ ਉਸ ਸਮੇਂ ਦੇ ਸਿੱਖ ਲੰਘੇ
ਜਿਸ ਤਰ੍ਹਾਂ ਦੇ ਹਾਲਾਤ ਉਹ ਸਰਕਾਰ ਨੇ ਸਾਡੇ ਤੇ ਬਣਾਏ, ਹਮਲੇ ਕੀਤੇ, ਸਾਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮੌਜੂਦਾ ਸਮੇਂ ਦੇ ਵਿੱਚ ਜਿਵੇਂ ਤੁਸੀਂ ਇਹ ਸਾਰਾ ਕੁਝ ਵਰਤਾਰਾ ਦੇਖਿਆ, ਸਾਰਾ ਕੁਝ ਸੁਣਿਆ ਤੇ ਹੁਣ ਤੁਸੀਂ ਦੇਖ ਰਹੇ ਹੋ, ਅੱਜ ਦੇ ਸਮੇਂ ਦੇ ਵਿੱਚ ਜਿਹੜਾ ਜਿਵੇਂ ਕਿ ਕਿਸੇ ਨੇ ਬੜਾ ਸੋਹਣਾ ਕਿਹਾ ਹੈ ਕਿ ਸਿੰਘ ਜਿਹੜੇ ਸਿੱਖ ਸਨ, ਜੂਝਦੇ ਸਨ, ਸਿੱਖ ਬਿਲਕਦੇ ਸਨ, ਪਰ ਜਿਹੜੇ ਅਖੌਤੀ ਲੀਡਰ ਸੀ ਸਾਡੇ, ਉਹ ਅਖੌਤੀ ਲੀਡਰ ਵਿਕਦੇ ਸੀ ਤੇ ਤਿਲਕਦੇ ਸੀ। ਅੱਜ ਦੇ ਕਨਸੈਪਟ ਵਿੱਚ ਕੀ ਤੁਸੀਂ ਜਿਹੜਾ ਅੱਜ ਸਿੱਖੀ ਦੇ ਉੱਤੇ, ਕੌਮੀ ਦੇ ਉੱਤੇ ਸਾਡੇ ਲੀਡਰ ਬਣੇ ਹੋਏ ਆ, ਇਹਨਾਂ ਦਾ ਕਨਸੈਪਟ ਕਿਵੇਂ ਦੇਖਦੇ ਹੋ? ਇਹਦੇ 'ਚ ਦੋ ਗੱਲਾਂ ਆ ਜੀ। ਪਹਿਲੀ ਗੱਲ ਇਹ ਕਿ ਤੁਸੀਂ 84 ਦੇ ਵਿੱਚ ਜਿੰਨੇ ਸ਼ਹੀਦਾਂ ਦੀ ਲਿਸਟ ਲਾਓਗੇ ਜੀ, ਉਹਦੇ ਵਿੱਚ ਜਿੰਨੇ ਜੂਝ ਕੇ ਸ਼ਹੀਦ ਹੋਏ, ਜਿਹੜੇ ਅੱਗੋਂ ਲੜ ਕੇ, ਜਿਨ੍ਹਾਂ ਨੇ ਉਸ ਸਮੇਂ ਦੀ ਸਰਕਾਰ ਨੂੰ ਟੈਂਕਾਂ ਦੇ ਅੱਗੇ ਖਲੋ ਕੇ ਲੋਹੇ ਦੇ ਚਨੇ ਚਬਾਏ ਜੀ, ਕਿ ਉਹ ਹੋ ਸਕਦਾ 65 ਦੀ ਲੜਾਈ ਭੁੱਲ ਜਾਣ, 71 ਦੀ ਲੜਾਈ ਭੁੱਲ ਜਾਣ, ਪਰ ਕਦੇ ਵੀ 84 ਦੇ ਵਿੱਚ ਪਈ ਮਾਰ ਨੂੰ ਉਹ ਕਦੇ ਵੀ ਜਿਹੜਾ ਹਿੰਦੁਸਤਾਨ ਉਹ ਭੁੱਲ ਨਹੀਂ ਸਕਦਾ। ਬਿਲਕੁਲ ਹੈ ਜੀ। ਤੇ ਉਸ ਸਮੇਂ ਜਿੰਨੇ ਵੀ ਸ਼ਹੀਦ ਹੋਏ, ਜਿੰਨਾ ਵੀ ਸਿੰਘਾਂ ਨੇ ਅਗਵਾਈ ਕੀਤੀ, ਤੁਸੀਂ ਉਹਨਾਂ ਦੇ ਜੀਵਨ ਦੇਖੋ। ਬਿਲਕੁਲ। ਉਹਨਾਂ ਦੇ ਜੀਵਨ ਸੰਪੂਰਨ ਰੂਪ ਵਿੱਚ ਧਾਰਮਿਕ, ਬਾਣੀ ਤੇ ਬਾਣੇ ਵਿੱਚ ਰੱਤੇ ਹੋਏ ਜੀ, ਤੇ ਗੁਰੂ ਮਹਾਰਾਜ ਦੇ ਉੱਤੇ ਅਟੱਲ ਵਿਸ਼ਵਾਸ ਵਾਲੇ। ਬਿਲਕੁਲ। ਤੇ ਜੇ ਹੁਣ ਤੁਸੀਂ ਆਪਣੀ ਹੁਣ ਮੌਜੂਦਾ ਲੀਡਰਸ਼ਿਪ ਨੂੰ ਦੇਖੋਗੇ ਜੀ, ਇੱਥੇ ਦਾ ਵਿੱਚ ਉਹ ਲੀਡਰਸ਼ਿਪਾਂ ਨੇ ਜਿਹੜੇ ਉਹਨਾਂ ਸਮਿਆਂ ਵਿੱਚ ਵੀ ਗੁਰੂਆਂ ਤੇ ਅਟੈਕ ਕਰਾਏ ਤੇ ਹੁਣ ਵੀ ਗੁਰੂਆਂ ਦੇ ਜਿਹੜੇ ਅੰਗ ਪੜਵਾ ਕੇ ਗਲੀਆਂ ਦੇ ਵਿੱਚ ਖਿਲਾਰੇ। ਕੀ ਉਮੀਦ ਰੱਖਾਂਗੇ ਆਪਾਂ ਇਸ ਲੀਡਰਸ਼ਿਪ ਤੋਂ? ਮੇਰੇ ਖਿਆਲ ਇਸ ਚੀਜ਼ ਤੋਂ ਆਪਾਂ ਹਰੇਕ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਦਾ ਗ੍ਰਾਫ ਤੇ ਇਹਨਾਂ ਦੀ ਸੋਚ ਕਿੱਥੋਂ ਤੱਕ ਗਿਰ ਗਈ ਹੈ। ਇਹ ਸਿੱਖੀ ਦਾ ਭਲਾ ਕਿੱਥੋਂ ਕਰ ਸਕਦੇ ਆ? ਸਿੱਖ ਕਈ ਲੋਕ ਇਹ ਦੋਸ਼ ਵੀ ਲਾਉਂਦੇ ਹੈ ਕਿ ਉਸ ਵੇਲੇ ਦੇ ਇੱਕ ਲੀਡਰ ਜਿਹਨੂੰ ਲਿਖਿਆ ਜਾਂਦਾ ਹੈ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵਿੱਚ ਆਉਂਦਾ ਉਹਨਾਂ ਦੇ, ਵੀ ਜਦੋਂ 3 ਜੂਨ ਨੂੰ ਉਹ ਇੱਕ BBC ਉੱਤੇ ਅਨਾਉਂਸਮੈਂਟ ਕਰਾਉਂਦੇ ਆ, ਅਪੀਲ ਕਰਦੇ ਆ ਕਿ ਸਿੱਖਾਂ ਦਾ ਅੱਜ ਤੋਂ ਬਾਅਦ ਹਿੰਦੁਸਤਾਨ ਦੀ ਗੌਰਮੈਂਟ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਕੋਈ ਲੈਣ ਦੇਣ ਨਹੀਂ, ਸਾਰੇ ਬਾਹਰ ਆ ਜਾਓ ਤੁਸੀਂ। ਜਦੋਂ ਫੌਜੀ ਬਾਹਰ ਆ ਜਾਂਦੇ ਆ ਤੇ ਉਹਨਾਂ ਦਾ ਬੇਹੱਦ ਨਾਲ ਤਸ਼ੱਦਦ ਹੁੰਦਾ ਹੈ, ਬੇਹੱਦ ਆਪਣੀਆਂ ਨੌਕਰੀਆਂ ਗਵਾਉਂਦੇ ਆ, ਪਰਿਵਾਰ ਗਵਾਉਂਦੇ ਆ। ਪਰ ਅੱਜ ਦੀ ਹਾਲਤ ਦੇ ਵਿੱਚ ਉਹ ਜਿਹੜੇ ਧਰਮੀ ਫੌਜੀ ਜਿਨ੍ਹਾਂ ਦਾ ਨਾਮ ਦਿੱਤਾ ਜਾਂਦਾ ਹੈ, ਉਹਨਾਂ ਦੀ ਹਾਲਤ ਬੜੀ ਤਰਸਯੋਗ ਹੈ। ਬੇਸ਼ੱਕ ਸਾਡੀਆਂ ਖੁਫਤੀਆਂ ਪੰਥਕ ਸਰਕਾਰਾਂ ਬਹੁਤ ਜ਼ਿਆਦਾ ਆਈਆਂ, ਪਰ ਉਹਨਾਂ ਦੀ ਬਾਤ ਨਹੀਂ ਪੁੱਛੀ ਗਈ। ਇਸ ਵਿਸ਼ੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਉਸ ਸਮੇਂ ਜੋ ਕੁਛ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਜੀ, ਇੱਕ ਗੱਲ ਬੜੀ ਕਲੀਅਰ ਆ, ਹੁਣ ਕੁਝ ਵੀ ਲੁਕਿਆ ਛਿਪਿਆ ਨਹੀਂ ਰਿਹਾ। ਜਿਸ ਤਰ੍ਹਾਂ ਇੱਕ ਸੋਸ਼ਲ ਮੀਡੀਆ ਵੀ ਆ ਗਿਆ ਜੀ, ਤੇ ਕੁਝ ਦਸਤਾਵੇਜ਼ ਵੀ ਇਸ ਤਰ੍ਹਾਂ ਦੇ ਪੁਰਾਣੇ ਨਿਕਲ ਕੇ ਬਾਹਰ ਆਏ ਕਿ ਜੋ ਇਹਨਾਂ ਨੇ ਭੇਖ ਪਾਏ ਸੀ ਨਾ ਉੱਤੇ ਵੱਡੇ ਵੱਡੇ ਚਿੱਟੇ ਰੰਗ ਦੇ ਕਿ ਸਾਡੇ ਤੇ ਦਾਗ ਕੋਈ ਨਹੀਂ, ਉਹ ਸਾਰੇ ਜਿਹੜੇ ਉੱਪਰਲੇ ਭੇਖ ਜਿੱਦਾਂ ਕਹਿ ਲਓ ਵੀ ਖੰਭ ਲੱਗ ਕੇ ਉੱਡ ਗਏ ਤੇ ਇਹਨਾਂ ਦਾ ਅਸਲੀ ਭੇੜੀਏ ਜਿਹੜੇ ਸੀ ਉਹ ਨਿਕਲ ਕੇ ਬਾਹਰ ਆ ਗਏ ਕਿ ਉਸ ਸਮੇਂ ਵੀ ਇਹਨਾਂ ਨੇ ਕੀ ਰੋਲ ਨਿਭਾਏ। ਜੀ, ਉਹ ਇੰਦਰਾ ਗਾਂਧੀ ਨੂੰ, ਆਰ ਕੇ ਧਵਨ ਨੂੰ ਲਿਖੀਆਂ ਇਹਨਾਂ ਦੀਆਂ ਚਿੱਠੀਆਂ, ਜੀ, ਉਹ ਸਾਰੇ ਆਪਣੇ ਲੀਡਰ ਸੀ। ਉਹ ਜੀ, ਉਹ ਇਹਨਾਂ ਦੀਆਂ ਸਾਰੀਆਂ ਲਿਖੀਆਂ ਆ ਗਈਆਂ, ਚਿੱਠੀਆਂ ਸਾਹਮਣੇ ਆਈਆਂ ਕਿ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰੋ। ਹੁਣ ਇਹ ਜਿਹੜੇ ਅੱਜ ਗੁਰੂ ਮਹਾਰਾਜ ਦੇ ਅੰਗ ਪੜਵਾਏ ਇਹਨਾਂ ਨੇ, ਜਾਂ ਅੰਗ ਅੱਜ ਉਹਨਾਂ ਦੇ ਸਾਥ ਦੇ ਰਹੇ ਆ, ਜਾਂ ਅੱਜ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਇਹ ਅੱਜ ਤੋਂ ਥੋੜਾ ਹੋ ਰਿਹਾ। ਜਿਹੜੀਆਂ ਉਸ ਸਮੇਂ ਅਕਾਲ ਤਖਤ ਸਾਹਿਬ ਤੇ ਗੋਲੇ ਵੱਜੇ, ਸ੍ਰੀ ਹਰਿਮੰਦਰ ਸਾਹਿਬ ਤੇ ਗੋਲੇ ਵੱਜੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਦੋਂ ਜ਼ਖਮੀ ਹੋਈ, ਉਹਦੇ ਵਿੱਚ ਗੋਲੀ ਲੱਗੀ, ਜੀ, ਤਾਂ ਇਹਨਾਂ ਦੀਆਂ ਚਿੱਠੀਆਂ ਦਾ ਕਾਰਨ ਹੀ ਬਣੀਆਂ। ਬਿਲਕੁਲ। ਤੇ ਉਸ ਤੋਂ ਬਾਅਦ ਜਿੰਨੇ ਵੀ ਸਿੰਘਾਂ ਨੇ ਇਸ ਸੰਘਰਸ਼ ਦੇ ਵਿੱਚ ਕੁਰਬਾਨੀਆਂ ਕੀਤੀਆਂ, ਇਹਨਾਂ ਦੇ ਮੂੰਹੋਂ ਇੱਕ ਵਾਰ ਵੀ ਉਹਨਾਂ ਲਈ ਕੋਈ ਸ਼ਹੀਦ ਸ਼ਬਦ ਫੁੱਟਿਆ? ਇਹ ਅੱਜ ਤੱਕ ਵਿਧਾਨ ਸਭਾਵਾਂ 'ਚ ਜਾ ਕੇ ਉਹਨਾਂ ਨੂੰ ਅਜੇ ਤੱਕ ਅੱਤਵਾਦੀ ਗਰਦਾਨ ਦੇ ਰਹੇ ਆ ਜੀ। ਤੇ ਬਾਕੀ ਧਰਮੀ ਫੌਜੀਆਂ ਨੇ ਬਹੁਤ ਵੱਡੀ ਸੇਵਾ ਕੀਤੀ ਆ, ਇਸ ਤੋਂ ਵੱਡੀ, ਕਿਉਂਕਿ ਜਿਸ ਸਮੇਂ ਉਹ ਨਿਕਲੇ ਸੀ ਉਹ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਕੇ ਤਲੀ ਤੇ ਰੱਖ ਕੇ ਨਿਕਲੇ ਸੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵੀ ਦੁਬਾਰਾ ਹੁਣ ਕੀ ਅੱਗੇ ਬਣਨਾ। ਜੀ, ਬਿਲਕੁਲ। ਮੈਂ ਇਕੱਲੇ ਉਹ ਧਰਮੀ ਫੌਜੀਆਂ ਦੀ ਗੱਲ ਨਾ ਕਰਾਂ, ਮੈਂ ਉਹਨਾਂ ਸਾਰਿਆਂ ਦੀ ਗੱਲ ਕਰਾਂ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ, ਭਾਵੇਂ ਉਹ ਅਖੰਡ ਕੀਰਤਨੀ ਜਥਾ, ਭਾਵੇਂ ਉਹ ਕਾਰ ਸੇਵਾ ਵਾਲੇ ਨੇ, ਭਾਵੇਂ ਉਹ ਫੈਡਰੇਸ਼ਨਾਂ ਵਾਲੇ ਨੇ, ਭਾਵੇਂ ਉਹ ਬੱਬਰ ਖਾਲਸਾ ਵਾਲੇ,
ਜਿਹੜੀ ਵੀ ਉਸ ਸਮੇਂ ਜਥੇਬੰਦੀ, ਕਿਉਂਕਿ ਜਿਨ੍ਹਾਂ ਦੇ ਵਿੱਚ ਦਰਦ ਸੀ ਨਾ ਉਸ ਸਮੇਂ, ਉਹਨਾਂ ਨੇ ਜਥੇਬੰਦੀਆਂ ਨਹੀਂ ਵੇਖੀਆਂ। ਬਿਲਕੁਲ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੇਰਾ ਸੰਬੰਧ ਕਿਹੜੀ ਜਥੇਬੰਦੀ ਨਾਲ, ਉਹਨਾਂ ਨੇ ਇਹ ਦੇਖਿਆ ਵੀ ਮੇਰਾ ਸੰਬੰਧ ਅਕਾਲ ਤਖਤ ਸਾਹਿਬ ਨਾਲ ਹੈਗਾ ਜੀ ਇਹ ਹੈਗਾ, ਤੇ ਮੇਰੀ ਜਾਨ ਉੱਥੇ ਚਾਹੀਦੀ ਹੈ, ਮੇਰਾ ਸਰੀਰ ਉੱਥੇ ਚਾਹੀਦਾ। ਦੇਖੋ ਹਜੂਰ ਸਾਹਿਬ ਤੋਂ 35 ਸਿੰਘ ਕਾਰ ਸੇਵਾ ਦੇ ਜੀ ਉਹ ਇੱਥੇ ਆ ਕੇ ਲੜੇ ਦਰਬਾਰ ਸਾਹਿਬ। ਉਹਨਾਂ ਦੇ ਵਿੱਚੋਂ ਕੇਵਲ 3 ਸਿੰਘ ਬਚੇ, ਬਾਕੀ 32 ਸਿੰਘ ਇੱਥੇ ਸ਼ਹੀਦ ਹੋਏ ਜੀ ਇਸ ਘੱਲੂਘਾਰੇ ਦੇ ਵਿੱਚ ਲੜਦਿਆਂ। ਜੀ ਕਿੱਥੇ ਹਜੂਰ ਸਾਹਿਬ ਆ ਤੇ ਕਿੱਥੇ ਇਹ ਆ। ਤੇ ਉਹਨਾਂ ਦੀ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਕਿਸੇ ਦੀ ਪੁੱਛ ਪ੍ਰਤੀਤ ਕਰਨੀ, ਜੋ 6 ਜੂਨ ਮਨਾਉਣ ਲਈ ਉਹਨਾਂ ਪਰਿਵਾਰਾਂ ਨੂੰ ਸੰਘਰਸ਼ ਕਰਨਾ ਪੈਂਦਾ। ਜੀ ਬਿਲਕੁਲ। ਜਾਂ ਉੱਥੇ ਪਹੁੰਚਣ ਲਈ ਅਕਾਲ ਤਖਤ ਸਾਹਿਬ ਤੇ ਉਸ ਦਿਨ ਮੱਥਾ ਟੇਕਣ ਲਈ ਸੰਘਰਸ਼ ਕਰਨਾ ਪੈਂਦਾ। ਜੀ ਸਾਨੂੰ ਤਾਂ ਮੱਥਾ ਟੇਕਣਾ ਵੀ ਜਿਹੜਾ ਉੱਥੇ ਕਈ ਵਾਰ ਪਹਿਲਾਂ ਕਿੰਨਾ ਚਿਰ ਨਸੀਬ ਨਹੀਂ ਹੋਣ ਦਿੱਤਾ ਇਹਨਾਂ ਨੇ, ਤੇ ਆਪਾਂ ਕਿਸੇ ਦੀ ਸਾਰ ਲੈਣ ਦੀ ਜਾਂ ਹੋਰ ਕਰਨ ਦੀ ਤਾਂ ਗੱਲਾਂ ਬਹੁਤ ਜਿਹੜੀਆਂ ਆ ਉਹ ਦੂਰ ਦੀਆਂ। ਤੁਸੀਂ ਗੱਲ ਕੀਤੀ ਜਥੇਬੰਦੀਆਂ ਦੀ, ਵੀ ਸਾਰੇ ਜਥੇਬੰਦੀਆਂ, ਚਾਹੇ ਉਹ ਅਖੰਡ ਕੀਰਤਨੀ ਜਥੇ ਹੋਣ, ਚਾਹੇ ਕਾਰ ਸੇਵਾ ਵਾਲੇ ਮਹਾਂਪੁਰਸ਼ ਹੋਣ, ਬੇਅੰਤ ਜੈ ਬੱਬਰ ਖਾਲਸਾ ਫੈਡਰੇਸ਼ਨ, ਸਾਰੇ ਜਥੇਬੰਦੀਆਂ ਮੌਜੂਦਾ ਸਮੇਂ ਦੇ ਵਿੱਚ ਵੀ ਜਦੋਂ ਪੰਥ ਉੱਤੇ ਐਡੀ ਵੱਡੀ ਭੀੜ ਸੀ, ਸਾਡਾ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ ਉਸ ਵੇਲੇ ਦੀ ਹਾਕਮ ਸਰਕਾਰ ਵੱਲੋਂ। ਅੱਜ ਅਸੀਂ ਬਹੁਤ ਸੇਫ ਵੀ ਕੁਹਾਰੇ ਹਾਂ, ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਪੂਰੀ ਸ਼ਹਿ ਹੈ, ਪਰ ਅੱਜ ਦੇ ਸਮੇਂ ਵਿੱਚ ਜਿਹੜੇ ਜਥੇਬੰਦੀਆਂ ਨੇ ਉਹ ਬਹੁਤ ਜ਼ਿਆਦਾ ਤਾਰੋ ਭੀੜ ਹੋਈਆਂ ਨੇ ਆਪਸ ਦੇ ਵਿੱਚ। ਮਤ ਭੇਦ ਹੋਣਾ ਸੁਭਾਵਿਕ ਹੈ ਕਿਸੇ ਦੇ ਵਿਚਾਰਕ, ਪਰ ਮਨ ਭੇਦ ਅਸ ਕਿਸ ਕਦਰ ਤੱਕ ਪਹੁੰਚ ਚੁੱਕਿਆ ਹੈ ਕਿ ਅਸੀਂ ਇੱਕ ਦੂਜੇ ਦੀ ਸ਼ਕਲ ਦੇਖਣ ਨੂੰ ਵੀ ਤਿਆਰ ਨਹੀਂ ਹੈ। ਇਹਦਾ ਇਲਾਜ ਕੀ ਹੋ ਸਕਦਾ ਅੱਜ ਦੇ ਸਮੇਂ ਵਿੱਚ? ਇਹਦਾ ਇਲਾਜ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਆਪਣੇ ਧਰਮ ਵਿੱਚ ਪੂਰੇ ਨਹੀਂ। ਬਿਲਕੁਲ। ਜਿੰਨਾ ਚਿਰ ਸਾਡੇ ਕੋਲੇ ਬਾਣੀ ਤੇ ਬਾਣਾ ਨਹੀਂ ਜੀ, ਉਹਨਾਂ ਚਿਰ ਸਾਡਾ ਮਨ ਟਿਕਾ 'ਚ ਨਹੀਂ ਆਊਗਾ। ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕਮਾਈ ਪਹਿਲਾਂ ਪੜ੍ਹੀਏ ਆਪਾਂ, ਫਿਰ ਉਹਨਾਂ ਦੇ ਜੀਵਨ ਤੇ ਝਾਤ ਮਾਰਨ ਦੀ ਸ਼ੁਰੂਆਤ ਹੁੰਦੀ ਆ। ਬਿਲਕੁਲ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪਹਿਲਾਂ ਜਰਨੈਲ ਸਿੰਘ ਅਭਿਆਸੀ ਕਿਹਾ ਜਾਂਦਾ ਸੀ। ਜੀ ਅਭਿਆਸੀ ਇਸ ਗੱਲੋਂ ਕਿਹਾ ਜਾਂਦਾ ਸੀ ਕਿ ਉਹ ਇੰਨਾ ਜ਼ਿਆਦਾ ਬਾਣੀ ਦਾ ਅਭਿਆਸ ਕਰਦੇ ਸੀ ਕਿ ਉਹਨਾਂ ਦਾ ਜਿਵੇਂ ਕਹਿ ਲਓ ਨਿਕਨੇਮ ਹੀ ਅਭਿਆਸੀ ਪੈ ਗਿਆ। ਵਾਹਿਗੁਰੂ। ਇਹ ਜੰਗਾਂ ਏਦਾਂ ਨਹੀਂ ਲੜੀਆਂ ਜਾਂਦੀਆਂ, ਇਹ ਅਗਵਾਈਆਂ, ਲੀਡਰਸ਼ਿਪ ਦੀ ਸਕਿੱਲ ਜਿਹੜੀ ਆ, ਇਹ ਗੁਣ ਜਿਹੜੇ ਵੀ ਉਹਨਾਂ ਦੀ ਇੱਕ ਆਵਾਜ਼ ਤੇ ਇੱਕ ਨਾਅਰੇ ਤੇ ਸਾਰਾ ਪੰਜਾਬ, ਸਾਰਾ ਸਿੱਖ ਜਗਤ ਉੱਠ ਕੇ ਆਪਣੀ ਜਾਨ ਦੇਣ ਨੂੰ ਹਾਜ਼ਰ ਹੋ ਜੇ। ਇਹ ਆਮ ਇਨਸਾਨ ਦੇ ਹੱਕ 'ਚ ਨਹੀਂ ਆਉਂਦਾ, ਇਹ ਉਹਨਾਂ ਮਹਾਨ ਸੂਰਮਿਆਂ ਦੇ, ਉਹਨਾਂ ਦੇ ਕਮਾਈਆਂ ਦੇ ਹੱਕ 'ਚ ਆਉਂਦਾ। ਪਿਤਾ ਜੀ ਦੀ ਗੱਲ ਕਰੀਏ, ਮੈਂ ਇੱਕ ਗੱਲ ਸੋਚਦਾ ਹੁੰਦਾ ਕਿ ਇਹ ਜਿਹੜੀਆਂ ਸ਼ਹਾਦਤਾਂ ਨੇ ਨਾ ਜੀ, ਇਹ ਕੇਵਲ ਐਸੇ ਜਨਮ ਦੇ ਵਿੱਚ, ਜੇ ਆਪਾਂ ਕਹਿ ਲਈਏ ਵੀ ਆਪਾਂ ਪਲਾਨ ਕਰ ਲਈਏ ਜਾਂ ਆਪਾਂ ਸਕੈਜੂਅਲ ਕਰ ਲਈਏ, ਇਹ ਏਦਾਂ ਨਹੀਂ ਹੁੰਦਾ ਜੀ, ਕਦੇ ਨਹੀਂ ਹੁੰਦਾ। ਇੱਥੇ ਹੁਣ ਤੁਸੀਂ ਵੀ ਅਮਰੀਕਾ ਹੋ, ਕਿਤੇ ਬਾਬਾ ਧਰਮ ਸਿੰਘ ਜੀ ਟ੍ਰੇਸੀ ਵਾਲੇ, ਜੀ ਉਹਨਾਂ ਨੂੰ ਕਿਤੇ ਮਿਲਣ ਦਾ ਤੁਹਾਨੂੰ ਮੌਕਾ ਮਿਲਿਆ ਤੇ ਉਹਨਾਂ ਤੋਂ ਪੁੱਛਿਓ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ, ਉਹ ਇੱਕ ਵਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਉਸ ਵੇਲੇ ਸੰਤ ਨਹੀਂ ਬਣੇ ਸੀ, ਉਸ ਵੇਲੇ ਭਾਈ ਕਰਤਾਰ ਸਿੰਘ ਜੀ ਕਰਕੇ ਜਾਣਦੇ ਸੀ ਜੀ, ਉਹਨਾਂ ਕੋਲੇ ਬੈਠੇ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਸੰਤ ਭਾਈ ਕਰਤਾਰ ਸਿੰਘ ਜੀ ਨੂੰ ਉਸ ਵੇਲੇ ਦੱਸਿਆ ਕਿ ਆ ਤੇਰਾ ਭਚੰਗੀ ਨੇ ਸ਼ਹੀਦੀ ਪ੍ਰਾਪਤ ਕਰਨੀ। ਵਾਹਿਗੁਰੂ ਪਹਿਲੇ ਹੀ ਲਿਖ ਕੇ ਦੱਸਤਾ ਸੀਗਾ ਜੀ। ਉਸ ਸਮੇਂ ਪਿਤਾ ਜੀ ਦੀ ਉਮਰ ਕੋਈ ਤਕਰੀਬਨ ਮੇਰੇ ਖਿਆਲ 7-8 ਸਾਲ ਹੋਣੀ ਆ। ਵਾਹਿਗੁਰੂ। ਉਸ ਤੋਂ ਬਾਅਦ ਦੂਜੀ ਗੱਲ, ਸੰਤ ਕਰਤਾਰ ਸਿੰਘ ਜੀ ਖਾਲਸਾ ਜੀ, ਉਹ ਇੱਕ ਵਾਰ ਰਾਮਪੁਰ ਖੇੜੇ ਗਏ। ਜੀ ਉੱਥੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬਹੁਤ ਭਜਨੀਕ ਮਹਾਂਪੁਰਖ, ਉਹ ਉੱਥੇ ਨਾਮ ਅਭਿਆਸ ਕੈਂਪ ਲਾਇਆ ਕਰਦੇ ਸੀ ਜੀ, ਉੱਥੇ ਸਾਰਾ ਜਥਾ ਗਿਆ। ਜੀ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਮੇਰੇ ਮਾਤਾ ਜੀ ਬੀਬੀ ਹਰਮੀਤ ਕੌਰ ਜੀ, ਉਹਨਾਂ ਨੂੰ ਵੀ ਪਿੰਡੋਂ ਸੱਦਿਆ ਕਿ ਨਾਮ ਅਭਿਆਸ ਕੈਂਪ ਆ ਤੇ ਤੁਸੀਂ ਇਹਦੇ ਵਿੱਚ ਆ ਕੇ ਲਾਹਾ ਖੱਟੋ ਤੇ ਨਾਮ ਜਪੋ। ਜੀ ਉਹ ਆਏ। ਇੱਕ ਹੋਰ ਬਹੁਤ ਹੀ ਭਜਨੀਕ ਹਸਤੀ ਮਾਤਾ ਗੁਰਦੀਪ ਕੌਰ ਜੀ ਹੋਏ ਨੇ ਸਰਹਾਲੀ ਤੋਂ। ਜੀ ਬਹੁਤ ਜ਼ਿਆਦਾ ਪ੍ਰੇਮ ਉਹਨਾਂ ਦਾ ਸੰਤ ਗੁਰਬਚਨ ਸਿੰਘ ਜੀ ਨਾਲ ਵੀ ਰਿਹਾ, ਫਿਰ ਸੰਤ ਕਰਤਾਰ ਸਿੰਘ ਜੀ ਨਾਲ ਵੀ ਰਿਹਾ, ਫਿਰ ਸੰਤ ਜਰਨੈਲ ਸਿੰਘ ਜੀ ਨਾਲ ਵੀ ਰਿਹਾ।
ਤੇ ਬਾਬਾ ਠਾਕਰ ਸਿੰਘ ਜੀ ਨਾਲ ਵੀ ਉਹਨਾਂ ਨੇ ਜਿਹੜਾ ਸਮਾਂ ਨਿਭਾਇਆ। ਜੀ ਜੀ। ਉਹ ਤੇ ਮੇਰੇ ਮਾਤਾ ਜੀ ਦੋਨੋਂ ਇਕੱਠੇ ਜਿਵੇਂ ਨਾਮ ਅਭਿਆਸ ਕੈਂਪ ਦੇ ਵਿੱਚੋਂ ਸ਼ਾਮ ਨੂੰ ਉਹ ਗਏ ਦੁਬਾਰਾ ਜਿੱਥੇ ਸੰਤ ਬੈਠੇ ਸੀ ਕਿ ਸੰਤਾਂ ਨੂੰ ਜਾ ਕੇ ਫਤਿਹ ਬੁਲਾ ਲਈਏ ਵੀ ਆ ਗਏ ਹਾਂ ਅਸੀਂ, ਉਹਨਾਂ ਨੂੰ ਦੱਸ ਦਈਏ। ਉੱਥੇ ਬੈਠੇ ਜਾ ਕੇ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਆਪਸ ਦੇ ਵਿੱਚ ਉਹਨਾਂ ਨੂੰ ਸੁਣਾ ਕੇ ਗੱਲਾਂ ਕਰਨ ਲੱਗ ਪਏ ਜੀ। ਕਹਿੰਦੇ ਸੰਤ ਕਰਤਾਰ ਸਿੰਘ ਜੀ ਕਹਿੰਦੇ ਬਾਬਾ ਜੀ ਆ ਵੇਖੋ ਇਸ ਪਾਸੋਂ ਕਿੰਨੀ ਠੰਡਾ ਇਹ ਹਵਾ ਦਾ ਬੁੱਲਾ ਆਇਆ ਜੀ। ਮੈਂ ਇੰਨੇ ਪੱਖੇ ਨਹੀਂ ਸੀ ਹੁੰਦੇ, ਲਾਈਟਾਂ ਨਹੀਂ ਸੀ ਹੁੰਦੀਆਂ, ਕਹਿੰਦੇ ਦੇਖੋ ਕਿੰਨਾ ਠੰਡਾ ਹਵਾ ਦਾ ਬੁੱਲਾ ਆਇਆ, ਇਹ ਪਤਾ ਤੁਹਾਨੂੰ ਠੰਡਾ ਕਿਉਂ ਆ ਜੀ। ਉਹ ਆਪਸ ਦੀਆਂ ਰਮਜਾਂ ਸਮਝਦੇ ਆ ਇੱਕ ਦੂਜੇ ਦੀਆਂ। ਹਾਂਜੀ। ਲੈਵਲ 1 ਆ ਤੇ ਪਰ ਉਹਨਾਂ ਨੇ ਸੁਣਾਉਣਾ ਜਿਹੜੇ ਬੈਠੇ ਸੀ ਕੋਲ ਉਹਨਾਂ ਨੂੰ ਫਿਰ ਐਕਸਪਲੇਨ ਕਰਨਾ ਵੀ ਜ਼ਰੂਰੀ ਹੈ। ਉਹ ਕਹਿੰਦੇ ਵੀ ਤੁਸੀਂ ਦੱਸੋ ਖਾਲਸਾ ਜੀ ਕੀ ਆ ਕਾਰਨ ਦੱਸੋ। ਕਹਿੰਦੇ ਇਸ ਪਾਸੇ ਵੱਲ ਸਾਡੇ ਕਲਗੀਧਰ ਪਿਤਾ ਦੇ ਲਾਡਲੇ ਸ਼ਹੀਦ ਹੋਏ ਆ, ਉਹਨਾਂ ਦਾ ਖੂਨ ਡੁੱਲਾ ਉਧਰ ਦੀ ਧਰਤੀ ਤੇ ਇਹ ਜਿਹੜੀ ਹਵਾ ਉਸ ਧਰਤੀ ਨੂੰ ਨਮਸਕਾਰ ਕਰਕੇ ਆਈ ਆ ਤੇ ਉਸ ਨੂੰ ਛੂਹ ਕੇ ਆਈ ਤਾਂ ਇਹ ਠੰਡੀ ਆ ਹਵਾ। ਤੇ ਇਹ ਗੱਲ ਕਰਕੇ ਉਹ ਕਹਿੰਦੇ ਵੀ ਜਿੱਦਾਂ ਅੱਧਾ ਕੁ ਮਿੰਟ ਚੁੱਪ ਕਰ ਗਏ, ਕੋਈ ਨਹੀਂ ਬੋਲੇ, ਨਾ ਉਹ ਮਹਾਂਪੁਰਖ ਬੋਲੇ ਨਾ ਦੂਜੇ ਮਹਾਂਪੁਰਖ ਬੋਲੇ ਜੀ। ਉਦੋਂ ਬਾਅਦ ਸੰਤ ਕਰਤਾਰ ਸੋਹਣੀ ਕਹਿਣ ਲੱਗੇ ਬਾਬਾ ਜੀ ਇੱਕ ਕਲਗੀਧਰ ਅੱਗੇ ਮੇਰੀ ਬੇਨਤੀ ਆ, ਮੈਂ ਬੇਨਤੀ ਕਰਦਾ ਗੁਰੂ ਕਲਗੀਧਰ ਦੇ ਅੱਗੇ ਕਿ ਗੁਰੂ ਕਲਗੀਧਰ ਦੇ 4 ਸਾਹਿਬਜ਼ਾਦੇ ਸੀ। ਬਿਲਕੁਲ। ਉਹਨਾਂ ਨੇ ਚਾਰਾਂ ਦੇ ਚਾਰੇ ਹੀ ਸਾਡੇ ਤੋਂ ਵਾਰ ਤੇ ਇੱਕ ਵੀ ਨਹੀਂ ਆਪਦੇ ਕੋਲੇ ਰੱਖਿਆ ਜੀ। ਉਹ ਤਾਂ ਬਹੁਤ ਵੱਡੇ ਆ ਤੇ ਮੈਂ ਤਾਂ ਬੜਾ ਗਰੀਬ ਸਿੱਖ ਆ ਉਹਨਾਂ ਦਾ, ਮੈਂ ਤਾਂ ਗਰੀਬ ਜਿਹਾ ਤੇ ਮੈਨੂੰ ਉਸੇ ਕਲਗੀਧਰ ਪਿਤਾ ਨੇ 2 ਦਿੱਤੇ ਤੇ ਮੈਂ ਅਰਦਾਸ ਕਰਦਾ ਵੀ ਮੇਰਾ ਘੱਟੋ ਘੱਟ ਇੱਕ ਹੀ ਸੇਵਾ ਚਲਾ ਲੈਣ। ਕਿੱਡਾ ਗੁਰੂ ਨਾਲ ਪਿਆਰ ਸੀ ਉਹਨਾਂ ਦਾ ਤੇ ਕਿੱਡੀ ਜਜ਼ਬਾ ਸੀ, ਮੰਗ ਕੇ ਸ਼ਹੀਦੀ ਪ੍ਰਾਪਤ, ਯਾਨੀ ਕਿ ਆਪਣੇ ਪਰਿਵਾਰ ਲਈ ਸ਼ਹੀਦੀ ਮੰਗ ਕੇ ਲਈ ਉਹਨਾਂ ਨੇ ਜੀ। ਤੇ ਇਹ ਗੱਲ ਕਰਕੇ ਤੇ ਉਸ ਤੋਂ ਬਾਅਦ ਮਾਤਾ ਜੀ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਨਾ ਇੱਕਦਮ ਉਦੋਂ ਵਲਵਲਾ ਜਿਹਾ ਉੱਠਿਆ ਵੀ ਇਹ ਕੀ ਗੱਲ ਕਹਿਤੀ ਸੰਤਾਂ ਨੇ, ਕਿਉਂਕਿ ਵਿਸ਼ਵਾਸ ਵੀ ਹੁੰਦਾ ਵੀ ਜਿਹੜੀ ਸ਼ਖਸੀਅਤ ਇੰਨੀ ਬਾਣੀ ਪੜ੍ਹਦੀ ਹੋਵੇ, ਇਸ ਰੁਤਬੇ ਦੇ ਹੋਵੇ, ਉਹ ਗੱਲਾਂ ਮੂੰਹ ਚੋਂ ਕਈਆਂ ਪੂਰੀਆਂ ਹੋਣੀਆਂ ਜੀ। ਕਹਿੰਦੇ ਪਰ ਮੈਂ ਨਾਲ ਇਹ ਵੀ ਕਹਿੰਦੇ ਸੋਚਣ ਲੱਗ ਪਈ ਕਿ ਉਸ ਸਮੇਂ ਪਿਤਾ ਜੀ ਨੇ PhD ਸ਼ੁਰੂ ਕਰਤੀ ਸੀ ਗੁਰਬਾਣੀ ਦੇ ਉੱਪਰ। ਉਹ MA ਕਰ ਲਈ ਸੀ, PhD ਸ਼ੁਰੂ ਕਰਤੀ ਸੀ ਉਸ ਸਮੇਂ। ਤੇ ਕਹਿੰਦੇ ਮੇਰੇ ਮਨ ਚ ਬਾਅਦ ਚੋਂ ਇਹ ਦੇ ਕੇ ਮੈਂ ਆਪਦੇ ਆਪ ਨੂੰ ਧਰਵਾਸ ਜਿਹਾ ਦਿੱਤਾ ਵੀ ਉਹ PhD ਇਹਨਾਂ ਨੇ ਕਰਾ ਦੇਣੀ ਆ ਤੇ ਹੋ ਸਕਦਾ ਵੀ ਉਹਨੂੰ ਇੱਕ ਵਧੀਆ ਪ੍ਰਚਾਰਕ ਬਣਾਉਣ ਉਹਨਾਂ ਨੂੰ ਜੀ, ਤੇ ਸਾਰੇ ਤੌਰ ਤੇ ਪ੍ਰਚਾਰ ਦੀ ਸੇਵਾ ਕਰਨ। ਕਹਿੰਦੇ ਇਹ ਤਾਂ ਸਾਨੂੰ 1984 ਦੇ 6 ਜੂਨ ਨੂੰ ਹੀ ਪਤਾ ਲੱਗਿਆ ਕਿ ਉਹ ਜਿਹੜੀ ਅਰਦਾਸ ਤੇ ਉਹ ਜਿਹੜੀ ਸੇਵਾ ਸੀ ਉਹ ਕਿਹੜੇ ਰੂਪ ਦੇ ਵਿੱਚ ਉਹ ਕਹਿੰਦੇ ਸੀ। ਉਹਨਾਂ ਨੂੰ ਸ਼ਹਾਦਤ ਦੀ ਜਿਹੜੀ PhD ਹੈ ਉਹ ਪਹਿਲੇ ਸੋਚੀ ਹੋਈ ਸੀ ਉਹਨਾਂ ਨੇ ਵੀ ਇਹਨਾਂ ਨੂੰ ਇਹ ਡਾਕਟਰੀ ਕਰਵਾਉਣੀ ਹੈ। ਬਿਲਕੁਲ। ਇਹ ਤਾਂ ਦੁਨਿਆਵੀ PhDਆਂ ਤਾਂ ਬਹੁਤ ਛੋਟੀਆਂ ਰਹਿ ਗਈਆਂ, ਇਹ ਰੁਤਬੇ ਤਾਂ ਤੁਸੀਂ ਭਾਵੇਂ ਸਾਰੀਆਂ ਯੂਨੀਵਰਸਿਟੀਆਂ ਇਕੱਠੀਆਂ ਕਰ ਲਓ ਤਾਂ ਵੀ ਇਹ ਡਿਗਰੀਆਂ ਨਹੀਂ ਮਿਲਦੀਆਂ ਜੀ। ਤੁਹਾਡੇ ਯਾਨੀ ਕਿ ਤੁਹਾਡੇ ਸਤਿਕਾਰਯੋਗ ਪਿਤਾ ਜਿਹੜੇ ਕਿ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਭਾਈ ਅਮਰੀਕ ਸਿੰਘ ਜੀ ਤੁਹਾਡੇ ਪਰਿਵਾਰ ਨੂੰ ਤੁਹਾਡੇ ਬਾਰੇ, ਤੁਹਾਡੀਆਂ ਭੈਣਾਂ ਬਾਰੇ ਪਹਿਲੇ ਦੱਸ ਗਏ ਸਨ ਵੀ ਜਿਵੇਂ ਉਹ ਆਪ ਕੁਆਲੀਫਾਈਡ ਸਨ ਵੀ ਸਾਡੇ ਪਰਿਵਾਰ ਨੂੰ ਜ਼ਰੂਰ, ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਚੰਗੀ ਤਰ੍ਹਾਂ ਜੀ। ਇਹ ਵੀ ਜ਼ਰੂਰ ਦੱਸ ਕੇ ਗਏ ਕਿਉਂਕਿ ਉਹਨਾਂ ਨੂੰ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਸੀ ਉਸ ਸਮੇਂ ਦੇ ਸੰਘਰਸ਼ ਨੂੰ ਜੀ, ਇੱਕ ਪਾਸੇ ਸਿੱਖੀ ਦਾ ਪ੍ਰਚਾਰ ਜੀ, ਨਾਲ ਸਿੱਖੀ ਦੀ ਸੇਵਾ ਕਰਨ ਲਈ ਸਰਕਾਰ ਦੇ ਨਾਲ ਨੀਤੀਵਾਨ ਬਣ ਕੇ ਉਹ ਜਿਹੜੀਆਂ ਆ ਉਹਨਾਂ ਦੀਆਂ ਚਾਲਾਂ ਸਮਝਣੀਆਂ ਜੀ, ਤੇ ਉਹਨਾਂ ਦੇ ਜਵਾਬ ਵਜੋਂ ਐਸੀਆਂ ਨੀਤੀਆਂ ਬਣਾਉਣੀਆਂ ਕਿ ਉਸ ਸਿਸਟਮ ਦਾ ਪਹਿਲੀ ਨੌਲੇਜ ਹੋਣੀ ਬਹੁਤ ਜ਼ਰੂਰੀ ਸੀ। ਜਾਂ ਮਿਨੋਰਟੀ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ, ਜਿਹੜੀ ਘੱਟ ਗਿਣਤੀ ਹੈ ਉਹ ਬਚ ਹੀ ਨਹੀਂ ਸਕਦੀ ਕੁਆਲਿਟੀ ਤੋਂ ਬਗੈਰ ਜੀ। ਤੇ ਉਹ ਉਹਨਾਂ ਕਾਰਨਾਂ ਕਰਕੇ ਹਮੇਸ਼ਾ ਹੀ ਉਹ ਇਸ ਗੱਲ ਨੂੰ ਚਾਹੁੰਦੇ ਸੀ ਤੇ ਹਮੇਸ਼ਾ ਹੀ ਜ਼ੋਰ ਦਿੰਦੇ ਸੀ ਕਿ ਸਾਡੀ ਸਿੱਖ ਕੌਮ ਦੇ ਬੱਚੇ ਜਿਹੜੇ ਨੇ ਉਹ ਅਧਿਆਤਮਕ ਪੜ੍ਹਨੀ, ਉਹ ਗੱਲ ਪਹਿਲੀ ਅਧਿਆਤਮਕ ਵਿਦਿਆ ਜੀ, ਬਾਣੀ ਦੀ ਗੱਲ ਨੰਬਰ 1 ਤੇ ਉਹ ਬਿਨਾਂ ਤਾਂ ਸਾਡਾ ਕਹਿੰਦੇ ਜੀਵਨ ਹੀ ਨਹੀਂ, ਇਹ ਸਮਝੋ ਹੀ ਨਾ ਵੀ ਅਸੀਂ ਜਿਉਂਦੇ ਹਾਂ ਜੀ। ਪਰ ਉਹਦੇ ਨਾਲ ਦੁਨਿਆਵੀ ਵਿਦਿਆ ਵੀ ਪੂਰੀ ਰੱਖੋ। ਸਾਡੇ ਸਿੱਖ ਬੱਚੇ ਕਹਿੰਦੇ ਸੀ ਡਾਕਟਰ ਹੋਣ, ਸਾਡੇ ਸਿੱਖ ਬੱਚੇ ਟੀਚਰ ਹੋਣ, ਸਾਡੀਆਂ ਆਪਦੀਆਂ ਯੂਨੀਵਰਸਿਟੀਆਂ ਹੋਣ, ਆਪਦੇ ਸਾਡੇ ਡਾਕਟਰ ਹੋਣ, ਆਪਦਾ ਸਾਡੇ ਹਰੇਕ ਖਿੱਤੇ ਦੇ ਵਿੱਚ
ਸਾਡੇ ਸਿੱਖ ਹੁਣ ਜਿੱਥੇ ਤੁਰੇ ਫਿਰਨਗੇ, ਇਹਨਾਂ ਦਾ ਤੁਰਿਆਂ ਫਿਰਦਿਆਂ ਦਾ ਹੀ ਪ੍ਰਚਾਰ ਹੋਣਾ ਜਦੋਂ ਗੁਰਸਿੱਖ ਏਡੀਆਂ ਉੱਚੀਆਂ ਥਾਵਾਂ ਤੇ ਬੈਠੇ ਹੋਣਗੇ। ਤੁਸੀਂ ਇੱਕ ਬਹੁਤ ਸਾਨਾਮਤੀ ਪਰਿਵਾਰ ਦਾ ਸਪੁੱਤਰ ਹੋ। ਅੱਜ ਦੇ ਸਮੇਂ ਵਿੱਚ ਕਮਿਊਨਿਟੀ ਜਿਹੜੀ ਸਾਡਾ ਭਾਈਚਾਰਾ ਹੈ ਕਿਵੇਂ ਤਰੱਕੀ ਕਰ ਸਕਦਾ ਹੈ, ਥੋੜੇ ਸ਼ਬਦਾਂ ਵਿੱਚ? ਉਹਦੇ ਵਿੱਚ ਆਪਾਂ ਜੇ ਉਹਦਾ ਰਸ ਕੱਢ ਲਈਏ ਉਸ ਚੀਜ਼ ਦਾ, ਜੀ, ਕੇਵਲ 8 ਸਾਲਾਂ ਦੇ ਵਿੱਚ, ਜਾਂ ਕਹਿ ਲਈਏ ਅਸਲ ਦੇ ਵਿੱਚ ਇਹ ਸੰਘਰਸ਼ ਤਾਂ ਹੋਇਆ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਵੇਲੇ ਤੋਂ ਸ਼ੁਰੂ। ਜੀ, ਉਹਨਾਂ ਨੇ ਇਹ ਸੰਘਰਸ਼ ਦੀ ਨੀਂਹ ਰੱਖੀ। ਇਹ ਸੰਘਰਸ਼ ਸ਼ੁਰੂ ਕੀਤਾ ਜਦੋਂ ਐਮਰਜੈਂਸੀ ਦਾ ਵਿਰੋਧ ਕਰਕੇ ਮਹਾਨ 37 ਨਗਰ ਕੀਰਤਨ ਕੱਢੇ ਤੇ ਇੱਕ ਨਗਰ ਕੀਰਤਨ ਨੂੰ ਦਿੱਲੀ ਲੈ ਕੇ ਗਏ। 4 ਲੱਖ ਦਾ ਇਕੱਠ ਹੋਇਆ ਉੱਥੇ ਸੰਗਤ ਦਾ। ਇੰਦਰਾ ਗਾਂਧੀ ਵੀ ਆਉਣ ਨੂੰ ਮਜਬੂਰ ਹੋਈ ਉੱਥੇ। ਬਿਲਕੁਲ। ਤੇ ਉਹ ਇੰਦਰਾ ਗਾਂਧੀ ਨੂੰ ਖਰੀਆਂ ਖਰੀਆਂ ਸੁਣਾਈਆਂ। ਉੱਥੋਂ ਹੀ ਸੰਘਰਸ਼ ਸ਼ੁਰੂ ਹੋ ਜਾਂਦਾ ਸੁਣਨ ਦੇ ਵਿੱਚ, ਉੱਥੇ ਨੀਂਹ ਰੱਖੀ ਜਾਂਦੀ ਹੈ ਸੰਘਰਸ਼ ਦੀ। ਸੰਘਰਸ਼ ਦੇ ਵਿੱਚ ਇਹ ਇੰਦਰਾ ਗਾਂਧੀ ਦੀ ਦਿਮਾਗ ਦੇ ਵਿੱਚ, ਅੱਖਾਂ ਦੇ ਵਿੱਚ ਦਮਦਮੀ ਟਕਸਾਲ ਉਦੋਂ ਤੋਂ ਹੀ ਰੜਕਣ ਲੱਗ ਪਈ ਸੀ ਜੀ ਕਿ ਮੇਰੇ ਮੂੰਹ ਦੇ ਉੱਤੇ ਮੇਰੀ ਵਿਰੋਧਤਾ ਕਰਨ ਵਾਲੇ, ਮੈਨੂੰ ਕਹਿਣ ਵਾਲੇ ਇਹ ਕੌਣ ਹੁੰਦੇ ਆ। ਫਿਰ ਜੇ ਤੁਸੀਂ ਮੈਨੂੰ ਮਾਫ ਕਰ ਦਿਓ, ਮੈਨੂੰ ਇੱਕ ਸ਼ਬਦ ਪੁੱਛ ਲਵਾਂ ਤੁਹਾਨੂੰ ਵੀ, ਇੱਕ ਪਾਸੇ ਟਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਉਸ ਵੇਲੇ ਦੀ ਜਿਹੜੀ ਪ੍ਰਧਾਨ ਮੰਤਰੀ ਆ ਉਹਨੂੰ ਖਰੀਆਂ 4 ਲੱਖ ਦੇ ਇਕੱਠ ਵਿੱਚ ਸੁਣਾ ਸਕਦੇ ਆ। ਅੱਜ ਦੇ ਸਮੇਂ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਸਰਕਾਰ ਦੇ ਨਾਲ ਬਿਲਕੁਲ ਮਿਲ ਕੇ ਤੇ ਸਰਕਾਰ ਦੀ ਜਿਹੜੀ ਪੰਥ ਦੀ ਗੱਲ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ? ਮੈਨੂੰ ਮਾਫ ਕਰ ਦੇਣਾ, ਸਵਾਲ ਕਰਨਾ ਪੈ ਰਿਹਾ। ਨਹੀਂ, ਕੋਈ ਗੱਲ ਨਹੀਂ। ਜਿਹੜਾ ਸਵਾਲ ਏਦਾਂ ਦੇ ਆਉਣੇ ਆ ਉਹ ਆਉਣੇ ਆ, ਦੇਖੋ, ਹਨਾ ਜੀ। ਇਹ ਗੱਲ ਇੱਕ ਕੱਲ ਵੀ ਚੱਲੀ ਸੀ। ਹਰੇਕ ਕੋਈ ਵੀ ਸ਼ਖਸੀਅਤ ਆ ਜੀ, ਉਹ ਵੀ ਉਹ ਸਟੈਪ ਚੁੱਕਦਾ, ਕੋਈ ਕੌਮ ਲਈ, ਕੋਈ ਲੀਡਰ ਆ, ਕੋਈ ਸੰਤ ਆ, ਕੋਈ ਮਹਾਤਮਾ ਆ, ਕੋਈ ਵੀ ਸਟੈਪ ਚੁੱਕਦਾ, ਉਹ ਆਪਦੀ ਸੋਚ ਦੇ ਅਕੋਰਡਿੰਗ ਚੁੱਕਦਾ ਕਿ ਉਹਨਾਂ ਦੀ ਸੋਚ ਕਿੱਥੇ ਖੜੀ ਆ, ਉਹਦਾ ਪੱਧਰ ਕੀ ਹੈ ਸੋਚ ਦਾ। ਹਾਂਜੀ ਜੀ, ਜਾਂ ਉਹ ਕਿਹੜੇ ਤਰੀਕੇ ਨਾਲ ਸੋਚਦੇ ਨੇ। ਇਹਨਾਂ ਗੱਲਾਂ ਦੇ ਜਵਾਬ ਦੇ ਅਸਲ ਵਿੱਚ ਤਾਂ ਉਹ ਆਪ ਹੀ ਹੋ ਸਕਦੇ ਆ ਜੀ, ਵੀ ਉਹਨਾਂ ਦੀ ਇਹਦੇ ਪਿੱਛੇ ਸੋਚ ਕੀ ਆ। ਉਹ ਇਹ ਸੋਚ ਨੂੰ ਬਾਹਰ ਦੱਸਣਾ ਚਾਹੁੰਦੇ ਨੇ ਜਾਂ ਨਹੀਂ ਦੱਸਣਾ ਚਾਹੁੰਦੇ। ਇਹ ਹੁਣ ਆਪਾਂ ਅੰਦਾਜ਼ੇ ਜ਼ਰੂਰ ਜੋ ਮਰਜ਼ੀ ਲਾਈ ਜਾਈਏ ਜੀ, ਉਹ ਆ। ਬਾਕੀ ਦੂਜੀ ਗੱਲ ਜਿਹੜੀ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਜੀ, ਕਿ ਸਾਡਾ ਪਹਿਲਾ ਕੰਮ ਜਿਹੜਾ ਆ ਉਹ ਧਰਮ ਆ। ਬਿਲਕੁਲ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਭਾਈ ਮਹਿੰਗਾ ਸਿੰਘ ਬੱਬਰ, ਭਾਈ ਫੌਜਾ ਸਿੰਘ ਜੀ, ਕਿੰਨੇ ਕੁ ਦੇ ਨਾਂ ਲਈਏ ਦੱਸੋ ਜੀ। ਕਿਤੇ ਕਾਰ ਸੇਵਾ ਵਾਲੇ ਆ ਗਏ ਵਿੱਚ। ਸਭ ਤੋਂ ਪਹਿਲਾਂ ਜਿਹੜਾ ਆ ਉਹ ਧਰਮ ਉੱਤੇ ਰੱਖਿਆ ਤੇ ਉਹਨਾਂ ਨੇ ਸਾਰੀ ਜਿਹੜੀ ਸੀ ਪੋਲੀਟਿਕਸ ਆਪਦੇ ਪਿੱਛੇ ਲਾ ਲਈ। ਬਿਲਕੁਲ ਲੱਗ ਗਈ। ਹੁਣ ਤੁਸੀਂ ਉਹ ਦੇਖੋ, ਮੰਜੀ ਸਾਹਿਬ ਵਿਖੇ ਉਹ ਇਕੱਠ ਹੁੰਦੇ ਸੀ, ਲੱਖਾਂ ਸੰਗਤਾਂ ਆਉਂਦੀਆਂ ਸੀ ਉੱਥੇ ਜੀ। ਉਹਨਾਂ ਦੇ ਵਿੱਚੋਂ ਸਾਰਿਆਂ ਦਾ ਫੋਕਸ ਕਿਹਦੀ ਸਪੀਚ ਤੇ ਹੁੰਦਾ ਸੀ? ਇੱਕ ਰਾਜਨੇਤਾ ਦੀ ਸਪੀਚ ਤੇ ਹੁੰਦਾ ਸੀ ਕਿ ਇੱਕ ਸੰਤ ਦੀ ਸਪੀਚ ਤੇ ਹੁੰਦਾ ਸੀ? ਧਰਮ ਦੀ ਸਪੀਚ ਤੇ ਹੁੰਦਾ ਸੀ ਨਾ ਸਾਰਿਆਂ ਦਾ ਫੋਕਸ ਵੀ। ਦੁਨੀਆਂ ਤੇ ਇਹੋ ਹੀ ਚੀਜ਼ ਰਿਕਾਰਡ ਕਰ ਲਓ, ਬਾਕੀ ਤਾਂ ਜਿਹੜੀਆਂ ਚੀਜ਼ਾਂ ਉਹ ਬਾਅਦ ਚੋਂ ਵੇਖੀ ਜਾਊਗੀ। ਤਾਂ ਹੀ ਅੱਜ ਸਾਡੇ ਕੋਲੇ ਉਹ ਸਪੀਚਾਂ, ਉਹ ਗੱਲਾਂ ਜਿਹੜੀਆਂ ਮੌਜੂਦ ਨੇ, ਉਹ ਖਜ਼ਾਨਾ ਮੌਜੂਦ ਆ। ਤੇ ਜਦੋਂ ਕਈ ਵਾਰ ਅਸੀਂ ਧਰਮ ਨੂੰ ਪਿੱਛੇ ਰੱਖ ਲਈਏ ਜੀ ਤੇ ਸਿਆਸਤ ਨੂੰ ਥੋੜਾ ਜਿਹਾ ਅਸੀਂ ਕਰਨ ਲੱਗ ਪਈਏ ਵੀ ਸ਼ਾਇਦ ਸਾਨੂੰ ਸਿਆਸਤ ਕਰਕੇ ਕੁਝ ਮਿਲੂਗਾ ਜੀ, ਉਦੋਂ ਸ਼ਾਇਦ ਅਸੀਂ ਆਪਣੇ ਧਰਮ ਦੇ ਉੱਤੇ ਸਾਡਾ ਵਿਸ਼ਵਾਸ ਸ਼ਾਇਦ ਥੋੜਾ ਜਿਹਾ ਡੋਲ ਜਾਂਦਾ, ਜਾਂ ਕਹਿ ਲਓ ਵੀ ਅਸੀਂ ਉਹਨਾਂ ਦਸਵੇਂ ਪਿਤਾ ਤੇ ਵਿਸ਼ਵਾਸ ਨਹੀਂ ਰੱਖਦੇ ਕਿ ਸਾਨੂੰ ਤੇਰੀ ਬਾਣੀ ਨੇ ਨਹੀਂ ਦੇਣਾ, ਸ਼ਾਇਦ ਕੋਈ ਇੱਕ ਸਾਨੂੰ ਕਿਸੇ ਰਾਜਨੇਤਾ ਨੇ ਜਾਂ ਸਾਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਇਹ ਦੇ ਦੇਣਾ। ਬਿਲਕੁਲ, ਅਸੀਂ ਤੁਹਾਡੇ ਵਿਚਾਰਾਂ ਦੇ ਨਾਲ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਬਿਲਕੁਲ ਸਹੀ ਹੈ। ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਦੇ ਅੰਦਰ ਉਹ ਜਿਹੜਾ ਜਜ਼ਬਾ ਪੂਰਾ ਚੜ੍ਹਦੀ ਕਲਾ ਦੇ ਵਿੱਚ ਹੈ। ਕਮਿਊਨਿਟੀ, ਮੇਰਾ ਫੇਰ ਸਵਾਲ ਉਹੀ ਹੈ ਵੀ ਸਾਡੇ ਨੌਜਵਾਨ ਵੀਰਾਂ ਭਰਾਵਾਂ ਨੂੰ ਤੁਸੀਂ ਕੋਈ ਖਾਸ ਮੈਸੇਜ ਦੇਣਾ ਚਾਹੋ? ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੁੰਦੀ ਦੇਖ ਕੇ ਕਿ ਜਿਹੜੀ ਅੱਜ ਕੱਲ ਹੁਣ ਵੱਡੀ ਜਨਰੇਸ਼ਨ ਹੈ ਨਾ, ਜਿਹੜੀ ਇੱਕ ਯੂਥ ਜਨਰੇਸ਼ਨ ਕਹਿ ਦਿੰਦੇ, ਇੱਕ ਜਿਹੜੀ ਉਹਦੀ ਪੇਰੈਂਟਸ ਜਨਰੇਸ਼ਨ ਹੈ ਜਿਹੜੀ, ਹਾਂਜੀ, ਉਹ ਬੇਸ਼ੱਕ ਆਪਣੇ ਬੱਚਿਆਂ ਨੂੰ ਰੋਕਦੇ ਹੋਣ ਜਾਂ ਉਹ ਕਹਿੰਦੇ ਹੋਣ ਵੀ ਨਾ ਗਰਮ ਪਾਸੇ ਨਹੀਂ ਜਾਣਾ ਜਾਂ ਨਾ ਜੀ ਇਸ ਪਾਸੇ ਨਹੀਂ ਜਾਣਾ, ਹਨਾ, ਪਰ ਬੱਚਿਆਂ ਦੇ ਵਿੱਚ ਜੋਸ਼ ਇੰਨਾ
ਉਸ ਚੀਜ਼ ਨੂੰ ਜਾਣਨ ਦੀ ਉਤਸੁਕਤਾ ਜਿਹੜੀ ਆ ਉਹ ਇੰਨੀ ਜ਼ਿਆਦੀ ਆ ਕਿ ਉਹ ਚਾਹੁੰਦੇ ਆ ਕਿ ਕਾਸ਼ ਕਿਤੇ ਉਦਾਂ ਦਾ ਸਮਾਂ ਬਣ ਜਾਏ ਤੇ ਸਾਡਾ ਵੀ ਕੋਈ ਯੋਗਦਾਨ ਵਿੱਚ ਪੈ ਜੇ। ਇਹ ਉਹਨਾਂ ਦੀ ਇੰਟਰਨਲ ਫੀਲਿੰਗ ਆ ਬੱਚਿਆਂ ਦੀ। ਮੈਂ ਫੀਲ ਕੀਤੀ ਮੇਰੇ ਇੱਥੇ ਵੀਰਾਂ ਦੀ, ਭੈਣਾਂ ਦੀ, ਭਰਾਵਾਂ ਦੀ, ਜਿਨ੍ਹਾਂ ਦੇ ਵਿੱਚ ਮੈਂ ਵਿਚਰਿਆ। ਹਾਂ, ਮੈਨੂੰ ਤੁਹਾਨੂੰ ਯੂਵਾ ਸਿਟੀ ਵਿਖੇ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ। ਉੱਥੇ ਕਿੰਨਾ ਤੁਹਾਨੂੰ ਪਤਾ ਲੱਖਾਂ ਦਾ ਇਕੱਠ ਹੁੰਦਾ, ਯੂਥ ਸਭ ਤੋਂ ਵੱਧ ਅੱਗੇ ਹੋਇਆ ਕਰਦੀ ਹੈ ਉਹਦੇ ਵਿੱਚ ਵੀ। ਜੀ, ਬਸ ਮੇਰੀ ਉਹਨਾਂ ਦੇ ਇੱਕੋ ਹੀ ਚਰਨਾਂ ਦੇ ਵਿੱਚ ਬੇਨਤੀ ਆ, ਹੱਥ ਜੋੜ ਕੇ ਬੇਨਤੀ ਆ ਮੇਰੀ ਉਹਨਾਂ ਨੂੰ ਜੀ, ਕਿ ਸਭ ਤੋਂ ਪਹਿਲੀ ਗੱਲ ਜਿਹੜੀ ਆ ਉਹ ਬਾਣੀ ਨਾਲ ਚੱਲਣੀ ਹੈ, ਰਹਿਤ ਮਰਿਆਦਾ ਨਾਲ ਚੱਲਣੀ ਜੀ। ਆਪਣੀ ਰਹਿਤ ਸਭ ਤੋਂ ਉੱਚੀ ਸੁੱਚੀ ਰੱਖੀਏ ਜੀ, ਤੇ ਨਿਤਨੇਮ ਦੇ ਧਾਰਨੀ ਹੋਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਤੇ ਜਦੋਂ ਇੱਕ ਨਿਸ਼ਾਨ ਥੱਲੇ ਬਾਅਦ ਚ ਇਕੱਠੇ ਹੋ ਗਏ ਤੇ ਆਪਾਂ ਜਦੋਂ ਸਾਰਿਆਂ ਨੇ ਰਲ ਕੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਮਹਾਰਾਜ ਸਾਡੇ ਤੇ ਜ਼ਰੂਰ ਤਰਸ ਕਰਨਗੇ। ਬਿਲਕੁਲ ਇੱਕੋ ਰਹਿਣੀ ਹੋਵੇ, ਇੱਕੋ ਕਹਿਣੀ ਹੋਵੇ, ਇੱਕੋ ਬਹਿਣੀ ਹੋਵੇ, ਹੋਵੇ ਪਿਆਰ ਸਾਡਾ, ਲੋਕੀ ਉੱਠ ਕੇ ਕਰਨ ਪ੍ਰਣਾਮ, ਸਾਨੂੰ ਉੱਚਾ ਹੋ ਜੇ ਇੰਨਾ ਕਿਰਦਾਰ ਸਾਡਾ। ਸਾਡੇ ਕਿਰਦਾਰ ਦੀ ਗੱਲ ਹੈ ਜੀ। ਇਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ, ਤੇ ਮੈਂ ਉਹਨਾਂ ਨੂੰ, ਉਹਨਾਂ ਯੂਥ ਦੇ ਨਾਲ ਨਾਲ ਵੱਡਿਆਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ। ਬਿਲਕੁਲ, ਖਾਸ ਕਰ ਉਹ ਜਿਹੜੇ ਲੀਡਰ ਜਾਂ ਜਿਹੜੇ ਮਾਈਕ ਤੇ ਬੋਲਣ ਵਾਲੇ, ਸਪੀਚਾਂ ਦੇਣ ਵਾਲੇ ਆ, ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਸੰਘਰਸ਼ ਜਿਹੜਾ ਆ, ਇਹ ਗੱਲਾਂ ਸਾਖੀਆਂ ਕਹਾਣੀਆਂ ਵੱਡਿਆਂ ਦੀਆਂ, ਇਹਨਾਂ ਨੂੰ ਕੇਵਲ ਤੇ ਕੇਵਲ ਇੱਕ ਹਫ਼ਤੇ ਤੱਕ ਸੀਮਤ ਨਾ ਰੱਖਿਆ ਕਰੋ। ਬਹੁਤ ਵੱਡੀ ਗੱਲ ਹੈ ਜੀ ਤੁਹਾਡੀ ਇਹ। ਜੇ ਅਸੀਂ ਚਾਹੁੰਦੇ ਹਾਂ ਕਿ ਕੁਛ ਉੱਦਾਂ ਦਾ ਹੋਵੇ, ਉੱਦਾਂ ਦਾ ਬਣੇ, ਸਾਡੇ ਸਿੱਖਾਂ ਨੂੰ ਸਾਡੇ ਹੱਕ ਮਿਲਣ, ਤੇ ਉਹਨਾਂ ਦੀ ਜਿਹੜੀ ਸੋਚ ਆ ਉਹ ਸਾਨੂੰ ਆਪਦੇ ਮਨ ਦੇ ਅੰਦਰ, ਆਪਦੀ ਸੁਰਤੀ ਦੇ ਵਿੱਚ ਸਾਰਾ ਸਾਲ ਟਿਕਾ ਕੇ ਰੱਖਣੀ ਪੈਣੀ। ਕੇਵਲ 6 ਮਹੀਨੇ ਕਰਕੇ ਉਹ ਤਾਂ ਉਹ ਚੀਜ਼ ਹੋ ਜਾਂਦੀ ਕਿ ਇੱਕ ਵਾਰ ਜਾਂਦੇ ਜਾਂਦੇ ਜੀ ਫੋਟੋ ਦੇਖ ਲਓ ਤੇ ਅੱਗੇ ਲੰਘ ਜਾਓ। ਤੇ ਜਦੋਂ ਹੁਣ ਉਹ ਯੋਧੇ ਜਿਹੜੇ ਆ ਉਹ ਆਪਣੀ ਕਰ ਗਏ, ਉਹ ਭਾਈ ਅਮਰੀਕ ਸਿੰਘ ਜੀ, ਜਰਨਲ ਸੁਬੇਗ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਉਹ ਆਪਣਾ ਖੂਨ ਡੋਲ ਕੇ ਸਿੱਖੀ ਦੇ ਬੂਟੇ ਨੂੰ ਇੰਨਾ ਫਲ ਫੁੱਲ ਦੇ ਗਏ। ਤੁਸੀਂ ਦੇਖੋ ਵੀ ਉਹਨਾਂ ਸਾਰੇ ਸੂਰਮਿਆਂ ਦੇ ਵਿੱਚੋਂ ਕੋਈ ਨਾ ਅਮਰੀਕਾ ਆਇਆ, ਨਾ ਇੰਗਲੈਂਡ ਆਇਆ, ਨਾ ਕੈਨੇਡਾ, ਕਿਸੇ ਵੀ ਹੋਰ ਵਿਦੇਸ਼ੀ ਧਰਤੀ ਤੇ ਨਹੀਂ ਗਏ ਜੀ। ਪਰ ਜੋ ਤੁਸੀਂ ਅੱਜ, ਤੁਸੀਂ ਯੂਬਾ ਸਿਟੀ ਵੀ ਗੱਲ ਕੀਤੀ, ਤੁਸੀਂ ਜੀ ਸੌਤਨ ਵੀ ਆਏ ਹੋਵੋਗੇ ਜੀ। ਜੀ ਬਿਲਕੁਲ, ਹੋਰ ਵੀ ਵੈਨਕੂਵਰ, ਸਰੀ, ਇੱਧਰ ਟੋਰਾਂਟੋ ਦੇ ਨਗਰ ਕੀਰਤਨ ਸਾਰਿਆਂ ਦੇ ਆਪਾਂ ਦੇਖੇ ਆ, ਹਨਾ, ਹਾਜ਼ਰੀ ਭਰਨ ਦੇ ਮੌਕੇ ਵੀ ਮਹਾਰਾਜ ਨੇ ਦਿੱਤੇ ਜੀ। ਬਿਲਕੁਲ, ਇਹ ਜਿਹੜੀਆਂ ਦਸਤਾਰਾਂ ਇੱਥੇ ਦਿਸਦੀਆਂ, ਇਹ ਜਿਹੜਾ ਸਿੱਖੀ ਦੇ ਬੂਟੇ ਦੇ ਫੁੱਲ ਤੇ ਫਲ ਇੱਥੇ ਇਹਨਾਂ ਕੰਟਰੀਆਂ ਦੇ ਵਿੱਚ, ਸਾਰੇ ਵਰਲਡ ਦੇ ਵਿੱਚ ਦਿਸਦੇ ਆ ਨਾ, ਹਾਂਜੀ, ਇਹ ਪਾਣੀ ਦੀ ਥਾਂ ਤੇ ਸਿੱਖੀ ਦੇ ਬੂਟੇ ਨੂੰ ਉਹ ਖੂਨ ਪਿਆ 84 ਦੇ ਵਿੱਚ। ਤੇ ਉਹ ਖੂਨ ਜਿਹੜਾ ਆ ਉਹ ਸਾਡੀਆਂ ਰਗਾਂ ਦੇ ਵਿੱਚੋਂ ਦੀ ਜਾ ਕੇ ਸਾਡੀਆਂ ਦਸਤਾਰਾਂ ਦੇ ਰੰਗ ਦੇ ਵਿੱਚ ਬੋਲਦਾ। ਇਹੋ ਹੀ ਗੱਲਾਂ ਉਹਨਾਂ ਸਾਰੇ ਵੀਰਾਂ ਨੂੰ, ਉਹਨਾਂ ਮਾਤਾਵਾਂ ਨੂੰ, ਉਹਨਾਂ ਬਜ਼ੁਰਗਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕਿ ਇਸ ਸੋਚ ਨੂੰ ਤੇ ਇਸ ਜਜ਼ਬੇ ਨੂੰ ਅਸੀਂ ਆਪਣੇ ਮਨ ਵਿੱਚ ਲਗਾਤਾਰ ਟਿਕਾ ਕੇ ਰੱਖੀਏ। ਤੇ ਅਸੀਂ ਜਿੱਥੇ ਉਹਨਾਂ ਦੇ ਜੋਸ਼ੀਲੇ ਭਾਸ਼ਣ ਸੁਣ ਕੇ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਨਾਲ ਦੀ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਉਹਨਾਂ ਦੀ ਕੀਤੀ ਪਹਿਲਾਂ ਜਿਹੜੀ ਕਮਾਈ, ਅਧਿਆਤਮਕ ਕਮਾਈ ਜਿਹੜੀ ਆ, ਉਸ ਪੱਖ ਨੂੰ ਵੀ ਜਾਣ ਕੇ ਤੇ ਥੋੜਾ ਜਿਹਾ ਅਰਦਾਸ ਕਰੀਏ ਕਿ ਥੋੜਾ ਜਿਹਾ ਕਿਣਕਾ ਅਸੀਂ ਵੀ ਉਸ ਤਰ੍ਹਾਂ ਦੀ ਕਮਾਈ ਮਹਾਰਾਜ ਸਾਨੂੰ ਵੀ ਬਖਸ਼ ਦੇ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਬਿਜੀ ਸਕੈਜੂਲ ਵਿੱਚੋਂ ਸਾਨੂੰ ਸਮਾਂ ਬਖਸ਼ਿਸ਼ ਕੀਤਾ। ਪੰਜਾਬੀ ਲੋਕ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਇਹ ਕਿਸ ਤਰ੍ਹਾਂ ਦਾ ਸਾਡਾ ਇਹ ਪ੍ਰੋਗਰਾਮ ਲੱਗਿਆ, ਅਸੀਂ ਬੜੇ ਇਹਨਾਂ ਤੋਂ, ਸਾਨੂੰ ਪਤਾ ਵੀ ਮੈਡੀਕਲ ਲਾਈਨ ਦੇ ਨਾਲ ਭਾਈ ਤਰਲੋਚਨ ਸਿੰਘ ਜੀ ਸੇਵਾ ਕਰਦੇ ਨੇ ਤੇ ਇਹਨਾਂ ਨੇ ਆਪਣੇ ਬਿਜੀ ਸਕੈਜੂਲ ਸਾਨੂੰ ਸਮਾਂ ਕੱਢਿਆ। ਅਸੀਂ ਤਹਿ ਦਿਲੋਂ ਤੁਹਾਡੇ ਪੂਰੇ ਪਰਿਵਾਰ ਦੇ ਧੰਨਵਾਦੀ ਹਾਂ ਜੀ। ਬਹੁਤ ਧੰਨਵਾਦ ਜੀ ਆਪ ਜੀ ਦਾ, ਪੰਜਾਬੀ ਲੋਕ ਚੈਨਲ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਇੱਕ ਸੱਚ ਦੀ ਆਵਾਜ਼, ਜੋ ਅਸਲ ਸੱਚਾਈ, ਜੋ ਹੱਡੀ ਬੀਤਿਆ ਹੋਵੇ ਉਹ ਕੁਝ ਹੋਰ ਹੁੰਦਾ, ਜੋ ਕਿਤਾਬਾਂ ਚੋਂ ਪੜ੍ਹ ਕੇ ਜਾਂ ਕੋਈ ਉੱਦਾਂ ਆਸੇ ਪਾਸਿਆਂ ਦੀਆਂ ਗੱਲਾਂ ਸੁਣ ਕੇ ਸੁਣਾਈਆਂ ਹੋਣ ਉਹ ਹੋਰ ਹੁੰਦਾ। ਤੇ ਤੁਸੀਂ ਉਪਰਾਲਾ ਕੀਤਾ ਕਿ ਉਹ ਹੱਡੀ ਬੀਤਿਆ ਜਿਹੜਾ ਸੱਚ ਆ ਉਹ ਸੰਗਤ ਤੱਕ ਪਹੁੰਚਾਇਆ ਜਾਵੇ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਪ੍ਰਚਾਰ ਹੋਰ ਜਿਹੜਾ ਤੁਹਾਡੇ ਚੈਨਲ ਤੋਂ, ਤੁਹਾਡੇ ਤੋਂ ਹੋਰ ਗੁਰੂ ਸਾਹਿਬ ਕਿਰਪਾ ਕਰਕੇ ਵੱਧ ਕਰਵਾਉਣ।
ਤੇ ਹੋਰ ਚੜ੍ਹਦੀ ਕਲਾ ਬਖਸ਼ਣ। ਸਾਰੇ ਸਰੋਤਿਆਂ ਦਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ।